ਜੀ, ਜਿਹੜਾ ਕੋਰਸ ਤੁਹਾਡਾ ਸ਼ੁਰੂ ਹੋਣ ਲੱਗਿਆ, ਇਹ ਕੀ ਹੈਗਾ? ਇਹਨੂੰ ਆਪਾਂ ਕਹਿ ਦਈਏ ਫਾਈਨੈਂਸ਼ੀਅਲ ਅਕਾਊਂਟਸ। ਇਹਦੇ ਵਾਸਤੇ ਮੈਂ ਇੱਦਾਂ ਸਟਾਰਟ ਕਰਦਾ, ਜਿਵੇਂ ਮੈਂ ਤੁਹਾਨੂੰ ਪੁੱਛਾਂ, ਰਾਜ ਕੁਮਾਰ, ਤੂੰ ਕਦੇ ਕੋਈ ਬਿਜ਼ਨਸ ਦੇਖਿਆ? ਤੇਰੇ ਫਾਦਰ ਕੀ ਕਰਦੇ ਨੇ? ਉੱਥੇ ਸ਼ਾਪ ਹੀ ਹੈ, ਆਪਾਂ ਇਹਨੂੰ ਵੀ ਬਿਜ਼ਨਸ ਕਹਿ ਸਕਦੇ ਹਾਂ। ਉਹਦੇ ਵਿੱਚ ਕੀ ਕਰਦੇ ਨੇ? ਆਪਾਂ ਸਮਾਨ ਸੇਲ ਕਰਦੇ ਹਾਂ, ਕੋਈ ਵੀ ਆਈਟਮ ਹੈ ਉਹਦੀ ਆਪਾਂ ਸੇਲ ਕਰਦੇ ਹਾਂ। ਉਹ ਪਹਿਲਾਂ ਆਪਾਂ ਖਰੀਦੇ ਵੀ ਹਾਂ, ਸੇਲ ਕਰਦੇ ਹਾਂ ਤਾਂ ਆਪਾਂ ਨੇ ਕੋਈ ਸਮਾਨ ਮੰਨ ਲਓ 100 ਦਾ ਵੇਚਿਆ, ਤਾਂ ਉਹ ਆਪਾਂ ਨੂੰ 100 ਤੋਂ ਘੱਟ ਰੁਪਈਏ ਦਾ, ਕਿੰਨੇ ਦਾ ਵੀ, ਚਾਹੇ 80 ਦਾ ਜਾਂ 50 ਦਾ ਜਾਂ 60 ਦਾ ਜਾਂ 70 ਦਾ, ਉਹ ਆਪਾਂ ਖਰੀਦ ਕੇ 100 ਦਾ ਵੇਚਦਾ, ਤਾਂ ਇਹਦਾ ਮਤਲਬ ਸਾਨੂੰ ਵਿਚਾਲੇ ਪ੍ਰੋਫਿਟ ਹੋਇਆ। ਤੋ ਸਮਾਨ ਦੀ ਜਦੋਂ ਸੇਲ ਕਰਦੇ ਹਾਂ ਤਾਂ ਉਹ ਸਮਾਨ ਖਰੀਦਦੇ ਹਾਂ। ਪਰਚੇਜ਼ ਐਂਡ ਸੇਲ ਆਫ ਗੁਡਸ, ਇਹਨੂੰ ਆਪਾਂ ਕੀ ਕਹਿੰਦੇ ਨੇ? ਟਰੇਡਿੰਗ। ਯੂ ਨੋ ਇਟ ਵੈਰੀ ਵੈਲ, ਹੈ ਨਾ? ਵਪਾਰ ਕਰਦੇ ਆ। ਇੱਕ ਹੁੰਦਾ ਆ ਮੈਨੂਫੈਕਚਰਿੰਗ। ਮੈਨੂਫੈਕਚਰਿੰਗ ਦਾ ਕੀ ਮਤਲਬ ਹੈ? ਕਿ ਆਪਾਂ ਖਰੀਦਿਆ ਕੁਛ, ਉਸ ਤੋਂ ਬਾਅਦ ਉਸ ਸਮਾਨ ਨੂੰ, ਜਿਹਨੂੰ ਆਪਾਂ ਕਹਿ ਲਈਏ ਵੀ ਪਰਚੇਜ਼ ਕੀ ਕੀਤਾ ਆ, ਉਹ ਐਜ਼ ਇਟ ਇਜ਼ ਨਹੀਂ, ਪਰਚੇਜ਼ ਕੀਤਾ ਹੈਗਾ ਰਾ ਮਟੀਰੀਅਲ। ਉਹ ਤੋਂ ਬਾਅਦ ਉਸ ਰਾ ਮਟੀਰੀਅਲ ਤੋਂ ਆਪਾਂ ਨੇ ਗੁਡਸ ਤਿਆਰ ਕੀਤੀਆਂ ਨੇ, ਸਮਾਨ ਤਿਆਰ ਕੀਤਾ ਆ, ਅਤੇ ਇਹਨੂੰ ਆਪਾਂ ਕਹਿ ਲਓ ਪ੍ਰੋਸੈਸ ਕਰਤਾ। ਉਸ ਤੋਂ ਆਪਾਂ ਨੇ ਪ੍ਰੋਡਕਸ਼ਨ ਕੀਤੀ ਹੈ ਜਾਂ ਪ੍ਰੋਸੈਸਿੰਗ ਕੀਤੀ ਹੈ, ਅਤੇ ਫਿਰ ਆਪਾਂ ਨੇ ਕੋਈ ਚੀਜ਼ ਤਿਆਰ ਕਰਤੀ, ਉਹਨੂੰ ਆਪਾਂ ਕਹਿ ਦਿੰਦੇ ਹਾਂ ਫਿਨਿਸ਼ਡ ਗੁਡਸ। ਅਤੇ ਉਹ ਜਿਹੜੀਆਂ ਫਿਨਿਸ਼ਡ ਗੁਡਸ ਨੇ, ਇਹਨੂੰ ਆਪਾਂ ਸੇਲ ਕੀਤਾ ਆ। ਅਤੇ ਇਹੋ ਜਿਹੇ ਕੇਸ ਵਿੱਚ ਕੀ ਹੋ ਗਿਆ? ਮੈਨੂਫੈਕਚਰਿੰਗ ਹੋ ਗਈ। ਸਮਾਨ ਖਰੀਦ ਕੇ, ਪ੍ਰੋਸੈਸ ਕਰਕੇ ਕੋਈ ਚੀਜ਼ ਤਿਆਰ ਕੀਤੀ, ਉਹਨੂੰ ਸੇਲ ਕੀਤਾ, ਇਹਦੇ ਵਿੱਚ ਮੈਨੂਫੈਕਚਰਿੰਗ ਹੈ। ਐਂਡ ਮੈਨੂਫੈਕਚਰਿੰਗ ਹੈ ਤਾਂ ਟਰੇਡਿੰਗ ਆਪੇ ਹੀ ਹੋਊਗੀ, ਕਿਉਂਕਿ ਆਪਾਂ ਕਿਹੜਾ ਇਕੱਲਾ ਮੈਨੂਫੈਕਚਰ ਕੀਤਾ ਹੈ, ਖਰੀਦਿਆ, ਫਿਰ ਮੈਨੂਫੈਕਚਰ ਕੀਤਾ, ਫਿਰ ਵੇਚਿਆ। ਟਰੇਡਿੰਗ ਵੀ ਹੋਊਗੀ, ਨਾਲ ਮੈਨੂਫੈਕਚਰਿੰਗ ਵੀ ਹੋਊਗੀ। ਤੋ ਇੱਕ ਤਾਂ ਆਹ ਹੋ ਗਿਆ ਇਕੱਲਾ ਟਰੇਡਿੰਗ, ਇੱਕ ਆਹ ਹੋ ਗਿਆ ਮੈਨੂਫੈਕਚਰਿੰਗ ਐਂਡ ਟਰੇਡਿੰਗ। ਤੀਜਾ ਇੱਕ ਕੰਮ ਹੋਰ ਆਪਾਂ ਕਹਿ ਸਕਦੇ ਹਾਂ, ਸਰਵਿਸ। ਸਰਵਿਸ ਦਾ ਕੀ ਮਤਲਬ ਹੈਗਾ? ਜਿੱਦਾਂ ਅਸੀਂ ਇਹ ਕਹਿ ਦਈਏ, ਮੈਂ ਤੁਹਾਨੂੰ ਟੀਚ ਕੀਤਾ, ਉਸਦੇ ਬਦਲੇ ਤੁਹਾਡੇ ਤੋਂ ਫੀਸ ਲਈ। ਤੁਸੀਂ ਮੇਰੇ ਤੋਂ ਕੋਈ ਸਮਾਨ ਨਹੀਂ ਖਰੀਦਿਆ, ਨਾ ਹੀ ਮੈਂ ਕੋਈ ਸਮਾਨ ਵੇਚ ਰਿਹਾ, ਮੈਂ ਸਿਰਫ ਤੁਹਾਨੂੰ ਸਮਝਾ ਰਿਹਾ, ਤੁਹਾਡੇ 'ਤੇ ਆਪਣਾ ਸਮਾਂ ਲਗਾ ਰਿਹਾ, ਤਾਂ ਉਹਦੇ ਬਦਲੇ ਮੈਂ ਤੁਹਾਡੇ ਤੋਂ ਚਾਰਜਸ ਜਾਂ ਫੀਸ ਜਾਂ ਜੋ ਵੀ ਉਹਦੀ ਕਾਸਟ ਆ ਉਹ ਮੈਂ ਲੈ ਰਿਹਾ। ਤੋ ਇਹ ਹੋ ਗਈ ਸਰਵਿਸ, ਕਿ ਆਪਾਂ ਨੇ ਕਿਸੇ ਨੂੰ ਕੁਛ ਵੇਚਿਆ ਨਹੀਂ ਹੈਗਾ, ਆਪਾਂ ਨੇ ਸਿਰਫ ਉਹਦੇ 'ਤੇ ਕੋਈ ਆਪਣਾ ਟਾਈਮ ਲਗਾ ਕੇ ਉਹਦੇ 'ਤੇ ਆਪਾਂ ਮਿਹਨਤ ਕੀਤੀ ਹੈ, ਉਹਦੇ ਬਦਲੇ ਆਪਾਂ ਉੱਥੋਂ ਚਾਰਜਸ ਲੈ ਲਏ, ਉਹਨੂੰ ਆਪਾਂ ਕਹਿ ਦਈਏ ਸਰਵਿਸ। ਸਰਵਿਸ ਦੇ ਵਿੱਚ ਆਪਾਂ ਕਹਿ ਦਈਏ, ਜਿਵੇਂ ਹੁਣ ਆਪਾਂ ਟ੍ਰੇਨਿੰਗ ਦਿੰਦੇ ਹਾਂ, ਤਾਂ ਇਹ ਟ੍ਰੇਨਿੰਗ ਵੀ ਇੱਕ ਸਰਵਿਸ ਹੈ। ਜਿਵੇਂ ਡਾਕਟਰ ਪ੍ਰੈਸਕ੍ਰਾਈਬ ਕਰ ਦਿੰਦਾ ਹੈ ਕਿ ਤੁਸੀਂ ਆਹ ਮੈਡੀਸਨ ਲੈ ਲਓ, ਤੁਸੀਂ ਇਹ ਠੀਕ ਹੋ ਜਾਓਗੇ, ਤਾਂ ਉਹਦੀ ਉਹ ਪ੍ਰੈਸਕ੍ਰਿਪਸ਼ਨ ਦੀ ਫੀਸ ਲੈ ਲੈਂਦਾ ਹੈ। ਉਹਨੂੰ ਆਪਾਂ ਕਹਿ ਸਕਦੇ ਹਾਂ ਪ੍ਰੋਫੈਸ਼ਨਲ ਚਾਰਜਸ। ਉਹ ਆਪਣੇ ਤੋਂ ਕੰਸਲਟੈਂਸੀ ਚਾਰਜਸ ਵੀ ਕਹਿ ਸਕਦੇ ਹਾਂ, ਕੰਸਲਟੈਂਸੀ ਚਾਰਜਸ। ਉਹਨਾਂ ਨੇ ਆਪਾਂ ਨੂੰ ਕੋਈ ਸਲਾਹ ਦਿੱਤੀ ਆ, ਉਹਦੇ ਚਾਰਜਸ ਲੈ ਲਏ। ਜਾਂ ਕੋਈ ਬੰਦਾ ਰਿਪੇਅਰ ਕਰਦਾ ਆ, ਉਹ ਰਿਪੇਅਰ ਦੇ ਚਾਰਜਸ ਲੈ ਲੈਂਦਾ ਆ। ਜਾਂ ਕੋਈ ਬੰਦਾ, ਜਿਵੇਂ ਆਪਾਂ ਮੰਨ ਲਓ ਸਕੂਟਰ ਸਾਡਾ ਖਰਾਬ ਹੋ ਗਿਆ, ਆਪਾਂ ਨੇ ਉਹ ਠੀਕ ਕਰਵਾਇਆ, ਜਾਂ ਸਕੂਟਰ ਦੀ ਸਰਵਿਸ ਕਰਵਾਈ ਹੈ, ਤਾਂ ਉਹ ਕਹਿੰਦੇ ਨੇ ਲੇਬਰ ਬਣੀ ਜੀ, ਕਿੰਨੀ ਲੇਬਰ ਬਣੀ ਜੀ? ਇੰਨੇ ਰੁਪਏ ਦੇ ਦਿਓ, ਉਹ ਲੇਬਰ ਚਾਰਜਸ ਲੈ ਲੈਂਦੇ ਨੇ। ਤੋ ਇਹ ਸਾਰਾ ਕੁਛ ਕੀ ਹੈ? ਇਹ ਸਾਰਾ ਕੁਛ ਸਰਵਿਸ 'ਚ ਆ ਜਾਂਦਾ ਹੈ, ਕਿ ਜਿੱਥੋਂ ਆਪਾਂ ਨੇ ਪੈਸੇ ਦੇ ਕੇ ਕੁਛ ਕਰਵਾਇਆ, ਸਮਾਨ ਨਹੀਂ ਲਿਆ ਤਾਂ ਕੁਛ ਕਰਵਾਇਆ, ਉਹਨੇ ਕੰਮ ਦੇ ਪੈਸੇ ਲਏ ਨੇ, ਸਮਾਨ ਦੇ ਪੈਸੇ ਨਹੀਂ ਲਏ, ਤਾਂ ਸਰਵਿਸ ਹੈ। ਇਹ ਤਿੰਨੇ ਕਿਸਮ ਦੇ ਜਿਹੜੇ ਕੰਮ ਨੇ, ਇਹਨਾਂ ਦੇ ਵਿੱਚ ਹਿਸਾਬ ਕਿਤਾਬ ਦੀ ਲੋੜ ਪੈਂਦੀ ਹੈ। ਹਿਸਾਬ ਕਿਤਾਬ ਕਰਨ ਨੂੰ ਆਪਾਂ ਕਹਿੰਦੇ ਹਾਂ ਫਾਈਨੈਂਸ਼ੀਅਲ ਅਕਾਊਂਟਸ। ਤੋ ਫਾਈਨੈਂਸ਼ੀਅਲ ਅਕਾਊਂਟਸ ਕੀ ਹੁੰਦਾ ਆ? ਫਾਈਨੈਂਸ਼ੀਅਲ ਅਕਾਊਂਟਸ ਦੇ ਬਾਰੇ ਮੈਂ ਸਮਝਾਵਾਂ ਤਾਂ ਮੈਂ ਕਹੂੰਗਾ, ਕਿਸੇ ਵੀ ਬਿਜ਼ਨਸ 'ਚ ਜੋ ਵੀ ਆਦਾਨ ਪ੍ਰਦਾਨ, ਜੋ ਵੀ ਟ੍ਰਾਂਜੈਕਸ਼ਨਾਂ, ਜੋ ਵੀ ਲੈਣ ਦੇਣ ਹੁੰਦਾ ਆ,
ਉਸ ਲੈਣ ਦੇਣ ਨੂੰ ਆਪਾਂ ਕਿਤਾਬਾਂ ਵਿੱਚ ਨੋਟ ਕਰਦੇ ਹਾਂ। ਤੋ ਫਾਈਨੈਂਸ਼ੀਅਲ ਅਕਾਊਂਟਸ ਹੋ ਗਿਆ। ਇਹਦੇ ਵਿੱਚ ਨਾ ਦੋ ਟਰਮਸ ਨੇ, ਮੈਂ ਹਾਲੇ ਇਹ ਕਹੂੰਗਾ ਫਾਈਨੈਂਸ਼ੀਅਲ ਅਕਾਊਂਟਸ ਕੀ ਹੈ, ਟੂ ਮੇਨਟੇਨ ਅਕਾਊਂਟਸ of any type of business, किसी भी किस्म का बिजनेस है, चाहे वो सर्विस है, चाहे वो मैन्युफैक्चरिंग है, चाहे वो ट्रेडिंग है, किसी भी किस्म के बिजनेस के हिसाब किताब ਨੂੰ ਆਪਾਂ ਫਾਈਨੈਂਸ਼ੀਅਲ ਅਕਾਊਂਟਸ ਕਹਿ ਦਈਏ। ਇਹਦੇ ਵਿੱਚ ਇੱਕ ਟਰਮ ਆ ਜਾਂਦੀ ਹੈ ਬੁੱਕ ਕੀਪਿੰਗ। ਬੁੱਕ ਕੀਪਿੰਗ ਕਿਹਨੂੰ ਕਹਿੰਦੇ ਆ? ਜਿਵੇਂ ਕੋਈ ਬਿਜ਼ਨਸ ਹੈ, ਚਾਹੇ ਕੋਈ ਸ਼ਾਪ ਲੈ ਲਓ, ਆਪਾਂ ਐਗਜ਼ਾਮਪਲ ਦੇ ਤੌਰ 'ਤੇ ਇਹਨਾਂ 'ਚ ਕੁਛ ਵੀ ਕੰਸੀਡਰ ਕਰ ਲਈਏ। ਮੈਂ ਤੁਹਾਡੀ ਸ਼ੌਕ ਵਾਸਤੇ ਮੰਨ ਲੈਂਦਾ ਕੋਈ ਸ਼ਾਪ ਹੈ, ਮੰਨ ਲਓ ਕੋਈ ਮੈਡੀਕਲ ਸਟੋਰ ਹੈ। ਤੁਸੀਂ ਸੋਚ ਕੇ ਦੇਖੋ ਉਹਦੇ ਵਿੱਚ ਕੀ ਹੁੰਦਾ ਆ। ਉਹਨਾਂ ਨੇ ਦਵਾਈਆਂ ਸਟੋਰ 'ਚ ਰੱਖੀਆਂ ਹੋਈਆਂ ਨੇ ਆਪਣੀ ਦੁਕਾਨ 'ਚ। ਕਸਟਮਰ ਆਉਂਦਾ ਆ, ਮੈਨੂੰ ਆਹ ਦਵਾਈ ਦੇ ਦਿਓ, ਤਾਂ ਉਹ ਦਵਾਈ ਚੱਕ ਕੇ ਦੇ ਦਿੰਦੇ ਨੇ, ਉਹ ਤੋਂ ਪੈਸੇ ਲੈ ਲੈਂਦੇ ਨੇ। ਤੋ ਉੱਥੇ ਕੀ ਹੋ ਰਿਹਾ? ਸੇਲ ਵੀ ਹੋ ਰਹੀ ਹੈ, ਔਰ ਉਹ ਸੇਲ ਤਾਂ ਹੀ ਕਰਦੇ ਨੇ ਪਹਿਲਾਂ ਉਹਨੇ ਸਮਾਨ ਪਰਚੇਜ਼ ਕੀਤਾ ਹੋਇਆ, ਪਰਚੇਜ਼ ਵੀ ਹੋ ਰਹੀ ਹੈ। ਮੰਨ ਲਓ ਦੁਕਾਨ ਕਿਰਾਏ 'ਤੇ ਆ, ਉਹ ਰੈਂਟ ਵੀ ਦਿੰਦੇ ਨੇ। ਕਈ ਵਾਰੀ ਉਹਨਾਂ ਕੋਲ ਕੋਈ ਵਿਅਕਤੀ ਇੱਦਾਂ ਦਾ ਆ ਜਾਂਦਾ ਹੈ, ਜੀ ਮੇਰਾ BP ਚੈੱਕ ਕਰ ਦਿਓ, ਉਹ BP ਚੈੱਕ ਕਰਨ ਦੀ ਫੀਸ ਵੀ ਲੈ ਲੈਂਦੇ ਨੇ। ਉਹਨੂੰ ਆਪਾਂ ਕਹਿ ਦਈਏ ਪ੍ਰੋਫੈਸ਼ਨਲ ਚਾਰਜਸ। ਮੰਨ ਲਈਏ ਉਹਨਾਂ ਕੋਲ ਪ੍ਰੋਫੈਸ਼ਨ ਹੈ, ਉਹਨਾਂ ਕੋਲ ਕਿੱਤਾ ਹੈ ਕਿ ਉਹ ਆਪਣਾ BP, ਜਾਂ ਉਹਨਾਂ ਨੇ ਮਤਲਬ ਕਦੇ BP ਚੈੱਕ ਕੀਤਾ, ਜਾਂ ਕਦੇ ਬੁਖਾਰ ਚੈੱਕ ਕੀਤਾ, ਜਾਂ ਕੋਈ ਉਹਨਾਂ ਨੇ ਸ਼ੂਗਰ ਟੈਸਟ ਕਰਨ ਵਾਸਤੇ ਮਸ਼ੀਨ ਰੱਖੀ ਹੋਈ, ਉੱਥੋਂ ਸ਼ੂਗਰ ਟੈਸਟ ਕਰਦੇ ਨੇ, ਉਹਦੀ ਉਹ ਚਾਰਜਸ ਜਾਂ ਫੀਸ ਲੈ ਲੈਂਦੇ ਨੇ। ਤਾਂ ਉਹ ਪ੍ਰੋਫੈਸ਼ਨਲ ਚਾਰਜਸ, ਇਹ ਵੀ ਉਹ ਕਿਸ ਤੋਂ ਲੈਂਦੇ ਨੇ? ਇਨਕਮ ਹੈ। ਆ ਰੈਂਟ ਵੀ ਖਰਚਾ ਹੈ, ਇਲੈਕਟ੍ਰੀਸਿਟੀ ਵੀ ਉਹਨਾਂ ਦੀ ਬਲਦੀ ਹੈ, ਤਾਂ ਉਹਦਾ ਬਿੱਲ ਦਿੰਦੇ ਨੇ। ਕਦੇ ਇਲੈਕਟ੍ਰੀਸਿਟੀ ਰਿਪੇਅਰ 'ਤੇ ਖਰਚ ਕਰਦੇ ਨੇ। ਜਿੰਨਾ ਵੀ ਸਮਾਨ ਖਰੀਦ ਵੇਚ ਕਰਦੇ ਨੇ, ਜਾਂ ਜਿੰਨੇ ਵੀ ਖਰਚੇ ਜਾਂ ਜਿੰਨੀਆਂ ਆਮਦਨਾਂ ਕਰਦੇ ਨੇ, ਹਰ ਇੱਕ ਜਿਹੜੀਆਂ ਵੀ ਘਟਨਾਵਾਂ ਬਿਜ਼ਨਸ ਦੇ ਨਾਲ ਸੰਬੰਧਿਤ ਉਸ ਸ਼ਾਪ 'ਤੇ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਹਾਂ ਟ੍ਰਾਂਜੈਕਸ਼ਨਸ। ਤੋ ਬੁੱਕ ਕੀਪਿੰਗ 'ਚੋਂ ਮੈਂ ਦੱਸਣ ਤੋਂ ਪਹਿਲਾਂ ਇਹ ਦੱਸਣ ਲੱਗਿਆ ਟ੍ਰਾਂਜੈਕਸ਼ਨ ਕਿਹਨੂੰ ਕਹਿੰਦੇ ਆ। ਟ੍ਰਾਂਜੈਕਸ਼ਨ ਹੁੰਦੀ ਹੈ ਇਨ ਬਿਜ਼ਨਸ ਵਨ ਫਾਈਨੈਂਸ਼ੀਅਲ ਈਵੈਂਟ। ਕੋਈ ਵੀ ਘਟਨਾ ਵਾਪਰ ਗਈ, ਪੈਸੇ ਆਏ ਜਾਂ ਪੈਸੇ ਗਏ, ਜਾਂ ਖਰਚਾ ਹੋਇਆ ਜਾਂ ਆਮਦਨ ਹੋਈ, ਜਾਂ ਕਿਸ ਨੂੰ ਪੈਸੇ ਦਿੱਤੇ ਜਾਂ ਕਿਸ ਤੋਂ ਪੈਸੇ ਆਏ, ਕੋਈ ਵੀ ਇੱਕ ਫਾਈਨੈਂਸ਼ੀਅਲ ਈਵੈਂਟ। ਈਵੈਂਟ ਦਾ ਪੰਜਾਬੀ 'ਚ ਮਤਲਬ ਹੈ ਘਟਨਾ। ਇਜ਼ ਕਾਲਡ ਏ ਟ੍ਰਾਂਜੈਕਸ਼ਨ। ਤੋ ਵਨ ਪਰਟੀਕੂਲਰ ਘਟਨਾ ਨੂੰ ਆਪਾਂ ਇੱਕ ਟ੍ਰਾਂਜੈਕਸ਼ਨ ਕਹਿ ਦਿੰਦੇ ਹਾਂ। ਇਸ ਤੋਂ ਬਾਅਦ ਮੈਂ ਇਹ ਕਹਾਂ ਬੁੱਕ ਕੀਪਿੰਗ ਕੀ ਹੈ। ਬੁੱਕ ਕੀਪਿੰਗ ਕੀ ਹੈ? ਜਿੰਨੀਆਂ ਵੀ ਬਿਜ਼ਨਸ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਹਰ ਘਟਨਾ ਨੂੰ ਕਿਤਾਬਾਂ ਦੇ ਵਿੱਚ ਮੈਂ ਕਿਤਾਬਾਂ ਲਗਾਉਣੀਆਂ ਸਿਖਾਊਂਗਾ। ਤੋ ਆਪਾਂ ਵੀ ਪ੍ਰੈਕਟੀਕਲੀ ਸਾਰਾ ਕੁਝ ਸਿੱਖਾਂਗੇ। ਤੋ ਈਚ ਟ੍ਰਾਂਜੈਕਸ਼ਨ ਇਨ ਬਿਜ਼ਨਸ is recorded into account books। ਜਿੰਨੀਆਂ ਵੀ ਮੈਂ ਸਮਝਿਆ ਨਾ ਗੱਲ, ਸਮਝਿਆ ਨਾ ਕਿ ਜਿਹੜਾ ਅਕਾਊਂਟੈਂਟ ਉਹਦਾ ਕੰਮ ਵੀ ਇਹੀ ਹੁੰਦਾ ਆ। ਮੰਨ ਲਓ ਮੈਂ ਕਿਸੇ ਕੰਪਨੀ ਵਿੱਚ ਅਕਾਊਂਟੈਂਟ ਹਾਂ, ਤਾਂ ਮੇਰੀ ਰਿਸਪੋਂਸੀਬਿਲਿਟੀ ਕੀ ਹੈ? ਜਿੰਨੀਆਂ ਵੀ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨਸ ਹੋ ਰਹੀਆਂ ਨੇ, ਉਹਨਾਂ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਮੈਂ ਕਿਤਾਬਾਂ ਦੇ ਵਿੱਚ ਲਿਖਣਾ ਆ। ਤੋ ਕਿਤਾਬਾਂ ਵਿੱਚ ਲਿਖਣ ਦਾ ਤਰੀਕਾ ਆਪਾਂ ਸਿੱਖਾਂਗੇ। ਇਸੇ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਨ ਦਾ ਜਿਹੜਾ ਪ੍ਰੋਸੈਸ ਆ, ਇਹਨੂੰ ਕਹਿੰਦੇ ਆ ਬੁੱਕ ਕੀਪਿੰਗ। ਈਚ ਟ੍ਰਾਂਜੈਕਸ਼ਨ ਇਨ ਬਿਜ਼ਨਸ ਇਜ਼ ਰਿਕਾਰਡਡ ਇਨ ਅਕਾਊਂਟ ਬੁੱਕਸ ਇਨ ਏ ਅਕਾਊਂਟਿੰਗ ਮੈਥਡ। ਉਹਦਾ ਆਪਾਂ ਇੱਕ ਮੈਥਡ ਸਿੱਖਾਂਗੇ। ਹਾਲੇ ਆਪਾਂ ਸ਼ੁਰੂ ਤੋਂ ਹੀ ਆ ਨਾ, ਜਿਵੇਂ ਜਿਵੇਂ ਅੱਗੇ ਚੱਲਾਂਗੇ ਉਹਦਾ ਆਪਾਂ ਅਕਾਊਂਟਿੰਗ ਮੈਥਡ ਸਿੱਖਾਂਗੇ। ਦਿਸ ਪ੍ਰੋਸੈਸ ਇਜ਼ ਕਾਲਡ, ਰਿਕਾਰਡ ਕਰਨ ਦੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਬੁੱਕ ਕੀਪਿੰਗ। ਬਿਲਕੁਲ, ਜਿਵੇਂ ਮੈਂ ਇੱਥੇ ਇਹ ਗੱਲ ਕਹੀ ਹੈ ਕਿ ਜਿੰਨੀਆਂ ਵੀ ਬਿਜ਼ਨਸ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਜਿੱਦਾਂ ਤੁਸੀਂ ਐਡਮਿਸ਼ਨ ਕਰਵਾਈ, ਫੀਸ ਜਮ੍ਹਾਂ ਕਰਵਾਤੀ, ਇੱਕ ਟ੍ਰਾਂਜੈਕਸ਼ਨ ਵਾਪਰ ਗਈ ਸਾਡੇ ਇੰਸਟੀਚਿਊਟ ਦੇ ਵਿੱਚ। ਹੁਣ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ, ਵੀ ਇੱਕ ਟ੍ਰਾਂਜੈਕਸ਼ਨ ਹੈ। ਅਤੇ ਜੇ ਅਸੀਂ ਕਿਸੇ ਤੋਂ ਕੋਈ ਇਨਕਮ ਪ੍ਰਾਪਤ ਕੀਤੀ, ਜਾਂ ਕੋਈ ਖਰਚਾ ਕੀਤਾ, ਜਾਂ ਕਿਸੇ ਨੂੰ ਪੇਮੈਂਟ ਕੀਤੀ, ਜਾਂ ਕੋਈ ਪੈਸੇ ਕਿਸ ਤੋਂ ਆਏ,
ਜੋ ਵੀ ਲੈਣ ਦੇਣ ਬਿਜ਼ਨਸ 'ਚ ਹੋ ਰਿਹਾ, ਉਸ ਇੱਕ ਘਟਨਾ ਨੂੰ, ਇੱਕ ਲੈਣ ਜਾਂ ਦੇਣ ਨੂੰ ਆਪਾਂ ਇੱਕ ਟ੍ਰਾਂਜੈਕਸ਼ਨ ਕਹਿੰਦੇ ਆ। ਔਰ ਜਿੰਨੀਆਂ ਵੀ ਬਿਜ਼ਨਸ ਦੇ ਵਿੱਚ ਟ੍ਰਾਂਜੈਕਸ਼ਨਾਂ ਵਾਪਰਦੀਆਂ ਨੇ, ਹਰ ਟ੍ਰਾਂਜੈਕਸ਼ਨ ਨੂੰ ਲਿਖਿਆ ਜਾਂਦਾ ਆ, ਰਿਕਾਰਡ ਕੀਤਾ ਜਾਂਦਾ ਆ। ਕ੍ਰੋਨੋਲੋਜੀਕਲ ਆਰਡਰ, ਮਤਲਬ ਰਿਕਾਰਡ ਕੀਤਾ ਜਾਂਦਾ ਡੇਟ ਵਾਈਜ਼, ਕਿ ਆਹ ਡੇਟ ਨੂੰ ਆਹ ਟ੍ਰਾਂਜੈਕਸ਼ਨ ਹੋਈ, ਫਿਰ ਆਹ ਡੇਟ ਨੂੰ ਆਹ ਟ੍ਰਾਂਜੈਕਸ਼ਨਾਂ ਹੋਈਆਂ, ਹਰ ਰੋਜ਼ ਦੀਆਂ ਟ੍ਰਾਂਜੈਕਸ਼ਨਾਂ। ਉਹ ਰਿਕਾਰਡ ਕਰਨ ਵਾਸਤੇ ਇੱਕ ਕਿਤਾਬ, ਉਹਨੂੰ ਆਪਾਂ ਡੇ ਬੁੱਕ ਕਹਿ ਦਿੰਦੇ ਹਾਂ, ਬਾਅਦ 'ਚ ਆਪਾਂ ਸਿੱਖਾਂਗੇ। ਡੇ ਬੁੱਕ ਆਪਾਂ ਬੁੱਕ ਲਗਾ ਲੈਂਦੇ ਹੁੰਦੇ ਹਾਂ। ਉਹਦੇ 'ਚ ਆਪਾਂ ਕੀ ਕਰਦੇ ਹਾਂ, ਡੇਲੀ ਟ੍ਰਾਂਜੈਕਸ਼ਨਸ ਵਿਲ ਬੀ, ਆਪਾਂ ਰਿਕਾਰਡ ਕਰਾਂਗੇ, ਰਿਕਾਰਡਡ ਬਾय ਅਸ ਇਨ ਅ ਡੇ ਬੁੱਕ। ਆਪਾਂ ਡੇ ਬੁੱਕ ਲਗਾ ਕੇ ਉਸ ਡੇ ਬੁੱਕ ਦੇ ਵਿੱਚ ਡੇਲੀ ਦੀਆਂ ਟ੍ਰਾਂਜੈਕਸ਼ਨਾਂ ਲਿਖਣੀਆਂ, ਇਨ ਫੈਕਟ, ਇਨ ਰੀਅਲ, ਇਨ ਪ੍ਰੈਕਟੀਕਲ ਸਿੱਖਾਂਗੇ। ਹੁਣ ਤੱਕ ਜੋ ਕਰਵਾਇਆ ਕੁਛ ਵੀ ਖਾਸ ਨਹੀਂ ਹੈ, ਸਿਰਫ ਇਹਨੇ ਦੱਸਿਆ ਕਿ ਬਿਜ਼ਨਸ ਟ੍ਰੇਡਿੰਗ ਵੀ ਹੁੰਦੀ ਹੈ, ਮੈਨੂਫੈਕਚਰਿੰਗ ਵੀ ਹੁੰਦੀ ਹੈ, ਸਰਵਿਸ ਵੀ ਹੁੰਦੀ ਹੈ। ਅਤੇ ਅਕਾਊਂਟਿੰਗ ਕੀ ਹੈ, ਹਿਸਾਬ ਰੱਖਣਾ। ਹਿਸਾਬ ਰੱਖਣ ਵਾਸਤੇ ਸਭ ਤੋਂ ਮੇਨ ਕੰਮ ਕੀ ਹੈ, ਮੇਨ ਕੰਮ ਹਾਲੇ ਇਹ ਹੈ ਕਿ ਜਿੰਨੀਆਂ ਵੀ ਬਿਜ਼ਨਸ 'ਚ ਘਟਨਾਵਾਂ ਵਾਪਰਦੀਆਂ ਨੇ, ਹਰ ਘਟਨਾ ਨੂੰ ਰਿਕਾਰਡ ਕੀਤਾ ਜਾਣਾ ਹੈ। ਰਿਕਾਰਡ ਕਰਨ ਦੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਬੁੱਕ ਕੀਪਿੰਗ। ਇਸ ਤੋਂ ਅੱਗੇ ਚੱਲਦੇ ਹਾਂ। ਅਕਾਊਂਟੈਂਟ ਦਾ ਡੇਲੀ ਦਾ ਕੰਮ ਕੀ ਹੈ? ਅਕਾਊਂਟੈਂਟ ਇਜ਼ ਮੇਨਲੀ, ਜਾਂ ਅਕਾਊਂਟੈਂਟ ਇਜ਼ ਮੋਸਟ probably concerned with preparation of books। ਉਹਨੇ ਬੁੱਕਸ ਨੂੰ ਤਿਆਰ ਕਰਨਾ ਹੈ, ਜਾਂ ਉਹਨੇ ਬੁੱਕਸ ਨੂੰ ਮੇਨਟੇਨ ਰੱਖਣਾ ਹੈ। ਪ੍ਰੈਪਰੇਸ਼ਨ ਆਫ ਬੁੱਕਸ, ਯਾਨੀ ਜਿਹੜਾ ਬੁੱਕ ਕੀਪਿੰਗ ਵਾਲਾ ਕੰਮ ਹੈ, ਉਹ ਅਕਾਊਂਟੈਂਟ ਦੀ ਡੇਲੀ ਡਿਊਟੀ ਹੈ। ਜੇ ਅਗਰ ਤੁਸੀਂ ਕਿਸੇ ਕੰਪਨੀ ਵਿੱਚ ਅਕਾਊਂਟਸ ਦਾ ਕੰਮ ਕਰਦੇ ਹੋ, ਤੁਸੀਂ ਰਿਸਪੋਂਸੀਬਲ ਹੋ ਉਹਨਾਂ ਦੇ ਅਕਾਊਂਟਸ ਦਾ ਕੰਮ ਕਰਨ ਦੇ, ਤਾਂ ਤੁਹਾਡੀ ਡੇਲੀ ਦੀ ਡਿਊਟੀ ਇਹ ਹੈ ਕਿ ਤੁਸੀਂ ਉਹਨਾਂ ਦੀ ਡੇਲੀ ਦੀਆਂ ਟ੍ਰਾਂਜੈਕਸ਼ਨਾਂ ਨੂੰ ਰਿਕਾਰਡ ਕਰਨਾ ਹੈ। ਰਿਕਾਰਡ ਕਰਨ ਦਾ ਢੰਗ ਹੈ ਉਸ ਢੰਗ ਨਾਲ, ਤਾਂ ਕਿ ਉਹਨਾਂ ਤੋਂ ਸਾਨੂੰ ਐਂਡ 'ਤੇ ਰਿਜ਼ਲਟ ਮਿਲ ਜਾਣਾ। ਐ ਨਹੀਂ ਹੈਗਾ ਵੀ ਬਸ ਇਕੱਲਾ ਲਿਖੀ ਜਾਣਾ, ਲਿਖੀ ਜਾਣਾ, ਲਿਖੀ ਜਾਣਾ। ਲਿਖਣ ਦਾ ਪਰਪਸ ਹੈ, ਲਿਖਣ ਦਾ ਪਰਪਸ ਹੈ ਕਿ ਸਾਨੂੰ ਲਾਸਟ 'ਤੇ, ਜਾਂ ਜਦੋਂ ਅਸੀਂ ਚਾਹੀਏ, ਸਾਨੂੰ ਉਸ ਸਮੇਂ ਜੋ ਰਿਜ਼ਲਟ ਦੀ ਜ਼ਰੂਰਤ ਆ, ਆਪਾਂ ਇਮੀਡੀਏਟਲੀ ਸਹੀ ਰਿਜ਼ਲਟ ਲੈ ਸਕੀਏ, ਐਕੂਰੇਟਲੀ ਔਰ ਇਮੀਡੀਏਟਲੀ ਰਿਜ਼ਲਟ ਲੈ ਸਕੀਏ। ਤੋ ਰਿਜ਼ਲਟ ਕੀ ਚਾਹੀਦੇ ਨੇ, ਉਹ ਵੀ ਮੈਂ ਹੁਣ ਗੱਲ ਕਰੂੰਗਾ। ਮੈਂ ਇੱਦਾਂ ਕਰਦਾ, ਪਰਪਸ ਆਫ ਮੇਨਟੇਨਿੰਗ ਅਕਾਊਂਟਸ। ਅਕਾਊਂਟਸ ਕਿਸੇ ਕੰਪਨੀ ਦੇ ਵਿੱਚ ਮੇਨਟੇਨ ਕਿਉਂ ਕੀਤਾ ਜਾਂਦਾ ਹੈ, ਉਹਦਾ ਪਰਪਸ ਕੀ ਹੈ, ਉਹਦੇ 'ਤੇ ਇੱਕ ਡਿਸਕਸ਼ਨ ਕਰ ਲੈਂਦੇ ਹਾਂ। ਪਹਿਲੀ ਗੱਲ, ਹੁਣ ਜਿਵੇਂ ਕੋਈ ਵੀ ਸ਼ਾਪ ਹੈ, ਉਹਦੇ ਵਿੱਚ ਅਕਸਰ ਇਹ ਹੁੰਦਾ ਹੈ ਕਿ ਕਿਸੇ ਨੇ ਸਮਾਨ ਸਾਡੇ ਤੋਂ ਖਰੀਦਿਆ, ਆਪਾਂ ਨੂੰ ਉਹ ਕਹਿ ਗਿਆ ਜੀ ਪੈਸੇ ਮੇਰੇ ਲਿਖ ਲਓ, ਮੈਂ ਤੁਹਾਨੂੰ ਆਹ ਡੇਟ ਨੂੰ ਦੇ ਦੂੰਗਾ, ਜਾਂ ਮੈਂ ਪੈਸੇ ਤੁਹਾਨੂੰ ਕੁਛ ਦਿਨਾਂ ਬਾਅਦ ਜਦੋਂ ਮੈਨੂੰ ਮਿਲਣਗੇ, ਕਿਤੋਂ ਸੈਲਰੀ ਆਊਗੀ, ਮੈਂ ਦੇ ਦੂੰਗਾ। ਤਾਂ ਜੇ ਹੁਣ ਉਹ ਸਮਾਨ ਲੈ ਗਿਆ, ਆਪਣੇ ਤੋਂ ਪੈਸੇ ਨਹੀਂ ਦੇ ਕੇ ਗਿਆ, ਤਾਂ ਇਹਦਾ ਮਤਲਬ ਕੀ ਹੈ ਕਿ ਉਧਾਰ ਆਪਾਂ ਸਮਾਨ ਦੇ ਪੈਸੇ ਤੋਂ ਫਿਰ ਕਦੇ ਲੈਣੇ ਆ। ਅਤੇ ਸਾਡਾ ਜਿਹੜਾ ਦਿਮਾਗ ਆ ਉਹ ਇੱਦਾਂ ਦਾ ਕਿ ਆਪਾਂ ਨੂੰ ਅੱਜ ਕੋਈ ਗੱਲ ਯਾਦ ਹੈ, ਤਾਂ ਇਹ ਕੋਈ ਸ਼ੋਰ ਨਹੀਂ ਹੈ ਕਿ ਸਾਨੂੰ ਉਹ ਗੱਲ ਆਫਟਰ ਅ ਫਿਊ ਡੇਜ਼, ਜਿਵੇਂ ਜਿਵੇਂ ਦਿਨ ਪੁਰਾਣੇ ਹੋਈ ਜਾਣੇ ਆ, ਤਿਵੇਂ ਤਿਵੇਂ ਸਾਨੂੰ ਉਹ ਗੱਲ ਭੁੱਲੀ ਜਾਂਦੀ ਹੈ। ਫਿਰ ਫਿਗਰਸ ਜਿਹੜੀਆਂ ਨੰਬਰਸ ਨੇ, ਅਮਾਊਂਟਸ ਨੇ, ਉਹ ਸਾਨੂੰ ਵੈਸੇ ਵੀ ਯਾਦ ਘੱਟ ਰਹਿੰਦੇ ਨੇ। ਬਾਕੀ ਪਰਸਨ ਟੂ ਪਰਸਨ ਡਿਪੈਂਡ ਕਰਦਾ ਆ, ਪਰ ਯਾਦ ਹੋਣਾ, ਯਾਦ ਰੱਖਣਾ ਇੱਕ ਗਰੰਟੀ ਨਹੀਂ ਹੈਗੀ, ਯਾਦ ਰਹਿਣ ਹੀ ਰਹਿਣ। ਪਰ ਅਸੀਂ ਕੀ ਕਰਦੇ ਹਾਂ, ਜਿੰਨੀਆਂ ਵੀ ਪੇਮੈਂਟਾਂ ਕਿਸੇ ਤੋਂ ਲੈਣੀਆਂ ਨੇ, ਆਪਾਂ ਨੋਟ ਕਰ ਲਈਏ, ਤਾਂ ਕਿ ਆਪਾਂ ਉਹਨੂੰ ਬਾਅਦ 'ਚ ਯਾਦ ਰੱਖੀਏ ਕਿ ਹਾਂ ਇੰਨੇ ਪੈਸੇ ਤੋਂ ਲੈਣੇ ਆ, ਇੰਨੇ ਪੈਸੇ ਤੋਂ ਲੈਣੇ ਆ। ਐਵੇਂ ਜਦੋਂ ਕਿਸੇ ਤੋਂ ਸਮਾਨ ਆਪਾਂ ਨੇ ਖਰੀਦਿਆ, ਸਮਟਾਈਮਸ ਐਵੇਂ ਹੁੰਦਾ ਕਿ ਸਮਾਨ ਖਰੀਦਿਆ, ਉਸ ਨੂੰ ਅਸੀਂ ਕਹਿਤਾ ਕਿ ਪੈਸੇ ਅਸੀਂ ਬਾਅਦ 'ਚ ਦੇ ਦਿੰਦੇ ਹਾਂ, ਤਾਂ ਉਹਦੇ ਪੈਸੇ ਆਪਾਂ ਦੇਣੇ ਆ, ਅਸੀਂ ਨੋਟ ਕਰ ਲਈਏ ਕਿ ਕਿਹਦੇ ਪੈਸੇ ਕਿੰਨੇ ਦੇਣੇ ਆ। ਤੋ ਜਿਨ੍ਹਾਂ ਲੋਕਾਂ ਨਾਲ ਸਾਡਾ ਲੈਣ ਦੇਣ ਹੈ, ਉਹਨਾਂ ਸਾਰਿਆਂ ਦੇ ਅਕਾਊਂਟ ਮੇਨਟੇਨ ਰੱਖਣੇ। ਟੂ ਮੇਨਟੇਨ ਲੈਜਰ, ਜਿਵੇਂ ਬੈਂਕ ਦੇ ਵਿੱਚ ਆਪਾਂ ਖਾਤਾ ਖੁਲਾ ਲਿਆ, ਹੈਗਾ ਤੁਹਾਡਾ ਖਾਤਾ ਬੈਂਕ 'ਚ, ਜਦੋਂ ਪੈਸੇ ਜਮ੍ਹਾਂ ਕਰਾਉਂਦੇ ਹਾਂ ਤਾਂ ਆਪਾਂ ਨਾਲ ਇੱਕ ਕਾਪੀ ਦੇ ਉੱਤੇ ਐਂਟਰੀ ਪਵਾ ਲੈਂਦੇ ਹੁੰਦੇ ਹਾਂ। ਉਹ ਐਂਟਰੀ ਕਿਉਂ ਪਾਉਂਦੇ ਹੁੰਦੇ ਆ, ਵੀ ਸਾਨੂੰ ਵੀ ਯਾਦ ਰਹੇ, ਅਤੇ ਬੈਂਕ ਨੇ ਤਾਂ ਨੋਟ ਕਰ ਹੀ ਲਿਆ, ਸਾਨੂੰ ਵੀ ਨਾਲ ਨੋਟਿੰਗ ਮਿਲ ਗਈ ਕਿ ਇੰਨੇ ਰੁਪਏ ਆਪਾਂ ਨੇ ਬੈਂਕ 'ਚੋਂ ਜਮ੍ਹਾਂ ਕਰਾਏ ਨੇ। ਜਾਂ ਜਦੋਂ ਕਢਾਉਂਦੇ ਹਾਂ ਤਦ ਵੀ ਆਪਾਂ ਐਂਟਰੀ ਪਵਾ ਲੈਂਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਪਾਸਬੁੱਕ। ਪਾਸਬੁੱਕ ਦੇ ਵਿੱਚ ਅਸਲ 'ਚ ਕੀ ਹੈ, ਪਾਸਬੁੱਕ ਦੇ ਵਿੱਚ ਸਾਡਾ ਖਾਤਾ ਮੇਨਟੇਨ ਕੀਤਾ ਗਿਆ ਹੈ। ਤੋ ਇੱਦਾਂ ਹੀ ਟੂ ਮੇਨਟੇਨ ਲੈਜਰ ਅਕਾਊਂਟ
of all concerned persons, ਜਿੰਨੇ ਵੀ ਸਾਡੇ ਨਾਲ ਸੰਬੰਧਿਤ ਵਿਅਕਤੀ ਹਨ ਉਹ ਕੀ ਹੋ ਸਕਦੇ ਨੇ? ਉਹ ਹੋ ਸਕਦੇ ਨੇ ਕਸਟਮਰ ਹੋਣ ਜਿਨ੍ਹਾਂ ਨੇ ਸਮਾਨ ਸਾਡੇ ਤੋਂ ਉਧਾਰ ਲਿਆ, ਉਹ ਸਪਲਾਇਰਸ ਵੀ ਹੋ ਸਕਦੇ ਨੇ। ਸਪਲਾਇਰ ਦਾ ਮਤਲਬ ਜਿਨ੍ਹਾਂ ਤੋਂ ਆਪਾਂ ਸਮਾਨ ਖਰੀਦਦੇ ਹਾਂ, ਕਸਟਮਰਸ ਜਿਨ੍ਹਾਂ ਨੂੰ ਆਪਾਂ ਵੇਚਦੇ ਹਾਂ, ਜਾਂ ਕੋਈ ਇੱਦਾਂ ਦੇ ਵੀ ਹੋ ਸਕਦੇ ਨੇ ਜਿਨ੍ਹਾਂ ਨੇ ਲੋਨ ਆਪਣੇ ਤੋਂ ਲਿਆ ਜਾਂ ਲੋਨ ਆਪਾਂ ਦਿੱਤਾ। ਲੋਨ ਗਿਵਨ ਕਈ ਵਾਰੀ ਹੁੰਦੇ ਨੇ, ਕੋਈ ਦੋਸਤ ਮਿੱਤਰ ਜਾਂ ਕੋਈ ਫਰੈਂਡ ਉਹਨਾਂ ਨੇ ਸਾਨੂੰ ਕਹਿਤਾ ਜੀ ਸਾਨੂੰ ਪੈਸੇ ਦੀ ਲੋੜ ਹੈ, ਤੁਹਾਨੂੰ ਬਾਅਦ 'ਚ ਦੇ ਦਾਂਗੇ, ਤਾਂ ਲੋਨ ਗਿਵਨ ਵੀ ਹੋ ਸਕਦਾ ਆ। ਅਤੇ ਇੱਦਾਂ ਹੀ ਲੋਨ ਟੇਕਨ ਵੀ ਹੋ ਸਕਦਾ ਆ, ਉਹ ਜਿਨ੍ਹਾਂ ਤੋਂ ਲੋਨ ਲਿਆ ਹੋਇਆ ਉਹਨਾਂ ਦੇ ਪੈਸੇ ਵੀ ਲਿਖਿਆ ਜਾਣ ਵੀ ਇੰਨੇ ਪੈਸੇ ਲਏ ਹੋਏ ਨੇ, ਤਾਂ ਕਿ ਲੇਟਰ ਆਪਾਂ ਉਹਨੇ ਨੂੰ ਦੇ ਸਕੀਏ। ਜਿਨ੍ਹਾਂ ਨੂੰ ਲੋਨ ਦਿੱਤਾ ਹੋਇਆ ਲਿਖੇ ਜਾਣ ਕਿ ਇੰਨੇ ਪੈਸੇ ਆਪਾਂ ਨੂੰ ਦਿੱਤੇ ਹੋਏ ਨੇ, ਤਾਂ ਕਿ ਆਪਾਂ ਬਾਅਦ 'ਚ ਉਹ ਤੋਂ ਲੈ ਸਕੀਏ। ਤੋ ਇਹ ਸਾਰੇ ਖਾਤੇ ਮੇਨਟੇਨ ਕਰਨੇ, ਜਿੱਦਾਂ ਪਾਸਬੁੱਕ ਤੁਹਾਡਾ ਬੈਂਕ ਦਾ ਖਾਤਾ ਆ, ਇੱਕ ਪਾਸਬੁੱਕ ਦੇ ਉੱਤੇ ਤੁਸੀਂ ਇੱਕ ਬੈਂਕ ਦਾ ਅਕਾਊਂਟ ਮੇਨਟੇਨ ਕਰਦੇ ਹੋ। ਲੇਕਿਨ ਇੱਥੇ ਕੀ ਹੁੰਦਾ, ਆਪਾਂ ਇੱਕ ਬੁੱਕ ਲਗਾਵਾਂਗੇ, ਉਹਨੂੰ ਆਪਾਂ ਲੈਜਰ ਕਹਿੰਦੇ ਹਾਂ। ਲੈਜਰ ਦੇ ਵਿੱਚ ਜਿੰਨੇ ਵੀ ਸਾਡੇ ਨਾਲ ਸੰਬੰਧਿਤ ਲੋਕ ਨੇ ਉਹਨਾਂ ਸਾਰਿਆਂ ਦੇ ਆਪਾਂ ਖਾਤੇ ਬਣਾ ਦਾਂਗੇ। ਜਿੱਦਾਂ ਮੈਂ ਵੈਸੇ ਦਿਖਾਵਾਂ, ਮੰਨ ਲਓ ਆਪਣੀ ਲੈਜਰ ਹੈ, ਇਹਦੇ ਵਿੱਚ ਆਪਾਂ ਇੱਕ ਪੇਜ ਲਗਾ ਲਿਆ, ਇਹ ਪੇਜ ਲਗਾ ਲਿਆ ਅਮਰਤਪਾਲ ਸਿੰਘ ਅਕਾਊਂਟ। ਅਮਰਤਪਾਲ ਸਿੰਘ ਦੇ ਜਿੰਨੀਆਂ ਵੀ ਲੈਣ ਦੇਣ ਟ੍ਰਾਂਜੈਕਸ਼ਨਾਂ ਨੇ ਸਾਰੀਆਂ ਆਪਾਂ ਇਸ ਆਪਣੀ ਬੁੱਕ ਦੇ ਵਿੱਚ ਰਿਕਾਰਡ ਕਰ ਲਈਏ। ਇੱਦਾਂ ਹੀ ਅਗਲੇ ਕਿਸੇ ਪੇਜ 'ਤੇ ਆਪਾਂ ਦੂਜੇ ਕਿਸੇ ਪਾਰਟੀ ਦਾ ਖਾਤਾ ਖੋਲ੍ਹ ਲਿਆ, ਅਗਲੇ ਪੇਜ 'ਤੇ ਤੀਜਾ, ਇੱਕ ਬੁੱਕ ਦੇ ਵਿੱਚ ਆਪਾਂ ਅਲੱਗ-ਅਲੱਗ ਅਕਾਊਂਟਸ ਖੋਲ੍ਹ ਲਏ ਜਾਣ। ਅਤੇ ਜਦੋਂ ਵੀ ਉਹ ਅਕਾਊਂਟ ਨਾਲ ਰਿਲੇਟਡ ਕੋਈ ਲੈਣ ਦੇਣ ਹੁੰਦਾ ਆ ਤਾਂ ਆਪਾਂ ਉਸ ਖਾਤੇ ਦੇ ਵਿੱਚ ਐਂਟਰ ਕਰ ਲਈਏ। ਅਤੇ ਜਦੋਂ ਆਪਾਂ ਨੂੰ ਜ਼ਰੂਰਤ ਪੈਣੀ ਹੈ ਕਿ ਆਹ ਖਾਤੇ ਦਾ ਕਿੰਨਾ ਬੈਲੈਂਸ ਹੈ ਦੇਖਣ ਦੀ, ਤਾਂ ਆਪਾਂ ਵੈਰੀ ਈਜ਼ੀਲੀ ਆਪਣੀ ਲੈਜਰ ਵਿੱਚ ਉਸ ਵਿਅਕਤੀ ਦਾ ਖਾਤਾ ਖੋਲ੍ਹਾਂਗੇ, ਸਾਨੂੰ ਸਾਰੀਆਂ ਉਹਦੀਆਂ ਡਿਟੇਲਸ ਮਿਲ ਜਾਣਗੀਆਂ ਕਿ ਆਹ ਡੇਟ ਨੂੰ ਆਹ ਵਿਅਕਤੀ ਇੰਨੇ ਰੁਪਏ ਸਾਡੇ ਤੋਂ ਲੈ ਗਿਆ, ਫਿਰ ਉਸ ਤੋਂ ਬਾਅਦ ਆਹ ਡੇਟ ਨੂੰ ਇੰਨੇ ਰੁਪਈਏ ਉਹ ਦੇ ਗਿਆ। ਜਿਵੇਂ ਬੈਂਕ ਦੀ ਪਾਸਬੁੱਕ 'ਚ ਲਿਖਿਆ ਹੁੰਦਾ ਕਿ ਕਿਹੜੀ ਡੇਟ ਨੂੰ ਕਿੰਨੇ ਰੁਪਈਏ ਬੈਂਕ 'ਚ ਜਮ੍ਹਾਂ ਹੋਏ ਨੇ, ਕਿਵੇਂ ਜਮ੍ਹਾਂ ਹੋਏ ਨੇ, ਬਾਈ ਚੈੱਕ ਜਮ੍ਹਾਂ ਹੋਏ ਨੇ ਜਾਂ ਬਾਈ ਕੈਸ਼ ਜਮ੍ਹਾਂ ਹੋਏ ਨੇ, ਜਦੋਂ ਕਢਾਏ ਨੇ ਤਾਂ ਉਹ ਕਿਵੇਂ ਘਟੇ ਨੇ, ਆਪਾਂ ਬਾਈ ਕੈਸ਼ ਕਢਾਏ ਨੇ ਜਾਂ ਬਾਈ ATM ਮਸ਼ੀਨ ਤੋਂ ਕਢਾਏ ਨੇ, ਜਾਂ ਆਪਾਂ ਕਿਸੇ ਨੂੰ ਚੈੱਕ ਦਿੱਤਾ ਸੀਗਾ ਤਾਂ ਘਟੇ ਨੇ, ਜਾਂ ਆਪਾਂ ਗੂਗਲ ਪੇ ਕੀਤਾ ਤਾਂ ਘਟ ਗਏ। ਜਿੱਦਾਂ ਵੀ ਘਟੇ ਨੇ ਉਹਨਾਂ ਨੇ ਡਿਟੇਲ ਸਾਨੂੰ ਨਰੇਸ਼ਨ 'ਚ ਵੇਰਵਾ ਦੇ ਦੇਣਾ ਆ। ਇੱਦਾਂ ਹੀ ਆਪਾਂ ਵੀ ਇੱਥੇ ਆਪਣੀ ਲੈਜਰ ਵਿੱਚ ਉਹਨਾਂ ਸਾਰਿਆਂ ਵਿਅਕਤੀਆਂ ਦੇ ਵੇਰਵੇ ਸਹਿਤ ਰਿਕਾਰਡਿੰਗ ਕਰਾਂਗੇ। ਤੋ ਇੱਕ ਤਾਂ ਇਹ ਪਰਪਸ ਹੈ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਹਦੋਂ ਕੀ ਲੈਣਾ ਅਤੇ ਕਿਹਨੂੰ ਕੀ ਦੇਣਾ। ਇੰਨਾ ਹੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਰਪਸਿਸ ਨੇ। ਦੂਜਾ ਪਰਪਸ ਅਸੀਂ ਕਹੀਏ, ਜਿਵੇਂ ਹੁਣ ਗੌਰਮੈਂਟ ਟੈਕਸਿਸ ਲੈਂਦੀ ਹੈ, ਕਈ ਤਰ੍ਹਾਂ ਦੇ ਟੈਕਸਿਸ ਇੱਦਾਂ ਦੇ ਨੇ ਜਿਹੜੇ ਬਿਜ਼ਨਸ ਨੂੰ ਦੇਣੇ ਹੁੰਦੇ ਨੇ, ਕਈ ਤਰ੍ਹਾਂ ਦੇ ਟੈਕਸਿਸ ਇੱਦਾਂ ਦੇ ਜਿਹਨਾਂ ਬਿਜ਼ਨਸ ਨੇ ਪੇ ਨਹੀਂ ਕਰਨੇ ਪਰ ਬਿਜ਼ਨਸ ਨੇ ਕਲੈਕਟ ਕਰਨੇ ਆ। ਆਪਾਂ ਅੱਗੇ ਡਿਟੇਲ 'ਚ ਟੈਕਸਿਸ ਬਾਰੇ ਸਿੱਖਾਂਗੇ। ਹੁਣ ਜਦੋਂ ਗੌਰਮੈਂਟ ਜਿਵੇਂ ਕਦੇ ਤੁਸੀਂ ਇੱਦਾਂ ਵੀ ਖਬਰਾਂ ਸੁਣਦੇ ਹੋ ਵੀ ਗੌਰਮੈਂਟ ਨੇ ਜਾਂ ED ਨੇ ਜਾਂ ਕਿਸੇ ਸਰਕਾਰ ਦੇ ਕਿਸੇ ਮਹਿਕਮੇ ਨੇ ਕਿਸੇ ਦੁਕਾਨ 'ਤੇ ਜਾਂ ਕਿਸੇ ਬਿਜ਼ਨਸ 'ਤੇ ਰੇਡ ਕੀਤੀ ਹੈ ਅਤੇ ਉਹਨਾਂ ਨੇ ਟੈਕਸ ਦੀ ਚੋਰੀ ਕਰਦੀ ਸੀ ਕਿ ਉਹਨੂੰ ਫੜ ਲਿਆ। ਤੋ ਟੈਕਸ ਦੀ ਚੋਰੀ ਕੋਈ ਕਰਦਾ ਹੈ ਕਿ ਨਹੀਂ ਕਰਦਾ, ਇਹ ਵਰਬਲੀ ਨਹੀਂ ਪਤਾ ਲੱਗੂਗਾ, ਕਿਤਾਬਾਂ ਤੋਂ ਪਤਾ ਲੱਗੂਗਾ। ਜੇ ਅਗਰ ਗੌਰਮੈਂਟ ਚਾਹੇ ਕਿ ਇਹ ਚੈੱਕ ਕਰਨਾ ਕਿਸੇ ਵਿਅਕਤੀ 'ਤੇ, A ਵਿਅਕਤੀ ਹੈ, B ਵਿਅਕਤੀ ਹੈ, ਲੋਟ ਆਫ ਵਿਅਕਤੀ ਨੇ, ਤਾਂ ਗੌਰਮੈਂਟ ਕਿਸੇ ਕੰਪਨੀ 'ਤੇ ਜਾਂ ਕਿਸੇ ਪਰਸਨ 'ਤੇ ਇਹ ਚਾਹੇ ਕਿ ਚੈੱਕ ਕਰਾਓ ਜੀ, ਤਾਂ ਉਹ ਕੀ ਕਹੂਗੀ, ਉਹ ਕਹੂਗੀ ਅਕਾਊਂਟ ਦੀਆਂ ਬੁੱਕਸ ਦਿਖਾਓ, ਅਸੀਂ ਬੁੱਕਸ ਤੋਂ ਪਤਾ ਕਰਾਂਗੇ ਕਿ ਤੁਸੀਂ ਕੀ ਕਰਦੇ ਹੋ, ਤੁਹਾਡਾ ਕੀ ਹਿਸਾਬ ਕਿਤਾਬ ਹੈ। ਤੋ ਜਿਹੜੀਆਂ ਗੌਰਮੈਂਟ ਨੂੰ ਟੈਕਸਿਸ ਪੇ ਕਰਨਾ ਬਿਜ਼ਨਸ ਦੀ ਰਿਸਪੋਂਸੀਬਿਲਿਟੀ ਹੈ, ਅਤੇ ਜੇ ਆਪਾਂ ਉਹ ਰਿਸਪੋਂਸੀਬਿਲਿਟੀ ਨਿਭਾ ਰਹੇ ਹਾਂ ਤਾਂ ਉਹਦੀ ਕਿਤਾਬਾਂ 'ਤੇ ਐਂਟਰੀ ਵੀ ਪਾ ਰਹੇ ਹਾਂ। ਅਤੇ ਇਹ ਕੀ ਹੈ, ਪ੍ਰੂਫ ਆਫ ਆਵਰ ਟੈਕਸਿਸ ਆਰ ਬੀਂਗ, ਵੀ ਆਪਾਂ ਟੈਕਸ ਸਰਕਾਰ ਨੂੰ ਦੇ ਰਹੇ ਹਾਂ ਕਿ ਨਹੀਂ ਦੇ ਰਹੇ, ਸਹੀ ਟੈਕਸ ਦੇ ਰਹੇ ਹਾਂ ਕਿ ਨਹੀਂ ਦੇ ਰਹੇ। ਪ੍ਰੂਫ ਆਫ ਆਵਰ ਟੈਕਸਿਸ ਆਰ ਬੀਂਗ ਪੇਡ ਟੂ ਗੌਰਮੈਂਟ, ਉਹ ਪ੍ਰੂਫ ਕੀ ਹੈ, ਉਹ ਅਕਾਊਂਟ ਬੁੱਕਸ ਨੇ। ਜਿਹੜੀਆਂ ਅਕਾਊਂਟ ਦੀਆਂ ਬੁੱਕਸ ਤੁਸੀਂ ਮੇਨਟੇਨ ਕਰੋਗੇ ਉਹ ਤੁਸੀਂ ਬੁੱਕਸ ਸ਼ੋਅ ਕਰਵਾ ਕੇ ਗੌਰਮੈਂਟ ਨੂੰ ਜਸਟੀਫਾਈ ਕਰ ਸਕਦੇ ਹੋ ਜੀ, ਆਹ ਦੇਖੋ ਸਾਡਾ ਸਾਰਾ ਕੁਛ ਐਜ਼ ਪਰ ਦੀ ਲਾਅ, ਐਜ਼ ਪਰ ਦੀ ਨਿਯਮ ਅਸੀਂ ਟੈਕਸਿਸ ਪੇ ਕਰਦੇ ਹਾਂ। ਤੋ ਗੌਰਮੈਂਟ ਤੁਹਾਨੂੰ ਜੇ ਕਦੇ ਇਹ ਕਹੂਗੀ ਕਿ ਚੈੱਕ ਕਰਾਓ ਤਾਂ ਚੈੱਕ ਕਰਵਾਓ ਕਿ ਅਕਾਊਂਟ ਦੀਆਂ ਬੁੱਕਸ ਹੀ ਤੁਹਾਡਾ ਸਬੂਤ ਮੰਨਿਆ ਜਾਊਗਾ ਵੀ ਇਹ ਠੀਕ ਤੁਸੀਂ ਕਰ ਰਹੇ ਹੋ ਕਿ ਨਹੀਂ ਕਰ ਰਹੇ। ਟੈਕਸ ਦੀ ਚੋਰੀ ਕਰਦੇ ਹੋ ਕਿ ਨਹੀਂ ਕਰਦੇ ਉਹ ਕਿਵੇਂ ਪਤਾ ਲੱਗੂਗਾ, ਮੇਰੇ ਕਹਿਣ 'ਤੇ ਨਹੀਂ, ਮੇਰੀਆਂ ਬੁੱਕਸ ਤੋਂ। ਇਸ ਤੋਂ ਇਲਾਵਾ ਹੋਰ ਵੀ ਕਈ ਪਰਪਸ ਨੇ।
ਆਪਾਂ ਨੂੰ ਇਹ ਜ਼ਰੂਰਤ ਪੈਂਦੀ ਹੈ ਕਿ ਸਾਡੇ ਬਿਜ਼ਨਸ ਨੇ ਇੱਕ ਪਰਟੀਕੂਲਰ ਸਮੇਂ ਦੇ ਵਿੱਚ, ਮੰਨ ਲਓ 1 ਕੁਆਰਟਰ ਦੇ ਵਿੱਚ ਜਾਂ 1 ਮਹੀਨੇ ਵਿੱਚ ਜਾਂ 1 ਸਾਲ ਦੇ ਵਿੱਚ ਕਿੰਨੀ ਇਨਕਮ ਕਮਾਈ ਹੈ, ਸਾਨੂੰ ਵੀ ਪਤਾ ਲੱਗ ਜਾਵੇ। ਤੋ ਕੈਲਕੂਲੇਸ਼ਨ ਆਫ ਪ੍ਰੋਫਿਟ ਕਿੰਨਾ ਹੋਇਆ, ਜਾਂ ਕਈ ਵਾਰੀ ਲਾਸ ਵੀ ਹੁੰਦਾ ਆ। ਪ੍ਰੋਫਿਟ ਆਮ ਤੌਰ 'ਤੇ ਤਾਂ ਪ੍ਰੋਫਿਟ ਵਾਸਤੇ ਹੀ ਕੰਮ ਕਰਦੇ ਹਾਂ, ਪ੍ਰੋਫਿਟ ਹੀ ਹੁੰਦੇ ਨੇ, ਜਾਂ ਮੇ ਬੀ ਲਾਸ ਹੋਣ। ਤਾਂ ਸਾਡਾ ਬਿਜ਼ਨਸ ਦੇ ਵਿੱਚ ਇੱਕ ਪਰਟੀਕੂਲਰ ਸਮੇਂ 'ਚ ਕਿੰਨਾ ਪ੍ਰੋਫਿਟ ਹੋਇਆ ਜਾਂ ਕਿੰਨਾ ਲਾਸ ਹੋਇਆ, ਉਹਦੀ ਕੈਲਕੂਲੇਸ਼ਨ ਕਰਨੀ, ਉਹ ਵੀ ਆਪਾਂ ਬਿਜ਼ਨਸ 'ਚ ਤਾਂ ਹੀ ਕਰ ਸਕਾਂਗੇ ਜੇ ਅਕਾਊਂਟਿੰਗ ਮੇਨਟੇਨ ਕਰ ਰਹੇ ਹਾਂ। ਜੇ ਅਸੀਂ ਲਿਖ ਹੀ ਨਹੀਂ ਕੁਛ ਰਹੇ, ਸਾਨੂੰ ਪਤਾ ਹੀ ਨਹੀਂ ਕੀ ਆਇਆ ਕੀ ਗਿਆ, ਫਿਰ ਆਪਾਂ ਕੈਲਕੂਲੇਸ਼ਨ ਪ੍ਰੋਫਿਟ ਦੀ ਵੀ ਨਹੀਂ ਕਰ ਸਕਦੇ ਹੈਗੇ। ਇੰਨਾ ਹੀ ਨਹੀਂ, ਇਹ ਤੋਂ ਇਲਾਵਾ ਆਪਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਆ ਸਾਡੀ ਟੋਟਲ ਸੇਲ ਕਿੰਨੀ ਹੈ, ਸਾਡੀ ਟੋਟਲ ਪਰਚੇਜ਼ ਕਿੰਨੀ ਹੈ। ਮਤਲਬ ਸਾਨੂੰ ਇੱਥੋਂ ਇਹ ਪਤਾ ਲੱਗ ਜਾਂਦਾ ਹੈ ਕਿ ਸਾਡੀ ਕਿੰਨੇ ਦਾ ਸਮਾਨ ਅਸੀਂ ਟੋਟਲ ਵੇਚਿਆ। ਟੋਟਲ ਮੀਨਸ ਕਿੰਨੇ ਸਮੇਂ 'ਚ, ਚਾਹੇ ਮਹੀਨੇ ਦਾ ਕੱਢ ਲਓ ਵੀ ਕਿਹੜੇ ਜਨਵਰੀ 'ਚ ਸਾਡੀ ਸੇਲ ਕਿੰਨੀ ਸੀ, ਫੈਬ 'ਚ ਕਿੰਨੀ ਸੀ, ਮਾਰਚ 'ਚ ਕਿੰਨੀ ਸੀ, ਜਾਂ ਜਨਵਰੀ ਤੋਂ ਲੈ ਕੇ ਮਾਰਚ ਤੱਕ ਦੇ 3 ਮਹੀਨੇ ਦੇ ਕੁਆਰਟਰ 'ਚ ਕਿੰਨੀ ਸੀ, ਜਾਂ ਪੂਰੇ ਸਾਲ 'ਚ ਅਪ੍ਰੈਲ ਤੋਂ ਲੈ ਕੇ ਮਾਰਚ ਤੱਕ ਕਿੰਨੀ ਸੀ, ਜਾਂ ਜਨਵਰੀ ਤੋਂ ਲੈ ਕੇ ਕਿਸੇ ਵੀ ਪੀਰੀਅਡ ਦੇ ਵਿੱਚ ਆਪਾਂ ਪਤਾ ਕਰ ਸਕਦੇ ਹਾਂ ਸਾਡੀ ਟੋਟਲ ਸੇਲ ਕਿੰਨੀ ਸੀ, ਔਰ ਉਹ ਸਮਾਨ ਵੇਚਿਆ ਤਾਂ ਉਹਦੇ 'ਚ ਸਾਡੀ ਲਾਗਤ ਕਿੰਨੀ ਸੀ। ਜਦੋਂ ਆਪਾਂ ਸਮਾਨ ਵੇਚਿਆ, ਮੰਨ ਲਓ 10 ਲੱਖ ਦਾ, ਖਰੀਦਿਆ 8 ਲੱਖ ਦਾ, ਤਾਂ ਆਪਾਂ ਕਹਿ ਦਾਂਗੇ ਵੀ 10 ਲੱਖ ਦਾ ਵੇਚ ਕੇ 8 ਲੱਖ ਦਾ ਖਰੀਦਿਆ ਸੀ ਤਾਂ ਸਾਨੂੰ 2 ਲੱਖ ਦਾ ਮੁਨਾਫਾ ਹੋ ਗਿਆ। ਜਾਣੀ ਇਹ ਸਾਡਾ ਪ੍ਰੋਫਿਟ ਕੱਢਣ ਦਾ ਤਰੀਕਾ ਵੀ ਇਹਦੇ ਨਾਲ ਹੀ ਡਿਪੈਂਡ ਕਰਦਾ। ਜੇ ਆਪਾਂ ਨੂੰ ਸੇਲ ਦਾ ਪਤਾ ਸਾਡੀ ਕਿੰਨੀ ਹੈ, ਪਰਚੇਜ਼ ਦਾ ਪਤਾ ਕਿੰਨੀ ਹੈ, ਤਾਂ ਹੀ ਆਪਾਂ ਪ੍ਰੋਫਿਟ ਕੱਢ ਸਕਦੇ ਹਾਂ। ਇਹ ਤੋਂ ਇਲਾਵਾ ਸਾਡੀਆਂ ਇਨਕਮਸ ਕਿੰਨੀਆਂ ਨੇ, ਇਨਕਮ ਅਤੇ ਸੇਲ 'ਚ ਫਰਕ ਹੈ। ਮੈਂ ਅੱਗੇ ਤੁਹਾਨੂੰ ਸਮਝਾਉਂਦਾ। ਸੇਲ ਤਾਂ ਹੋ ਗਈ, ਸਮਾਨ ਵੇਚਿਆ, ਪੈਸੇ ਆ ਗਏ। ਇਨਕਮ ਹੋ ਗਈ ਕਿ ਆਪਾਂ ਨੇ, ਜਿਵੇਂ ਮੈਂ ਤੁਹਾਨੂੰ ਪੜ੍ਹਾ ਰਿਹਾ, ਇਹ ਮੇਰੀ ਸੇਲ ਨਹੀਂ ਹੈਗੀ, ਮੇਰੀ ਇਨਕਮ ਹੈ ਕਿ ਮੈਂ ਕੋਈ ਕੰਮ ਕੀਤਾ, ਉਹਦੇ ਬਦਲੇ ਪੈਸੇ ਲੈ ਲਏ, ਦੈਟ ਇਜ਼ ਇਨਕਮ। ਸਾਡੀ ਟੋਟਲ ਇਨਕਮ ਕਿੰਨੀ ਹੈ। ਇੱਦਾਂ ਹੀ ਖਰਚੇ, ਜਿੱਦਾਂ ਕੋਈ ਵੀ ਦੁਕਾਨ ਹੈ, ਜਿਵੇਂ ਆਪਾਂ ਪਿੱਛੇ ਐਗਜ਼ਾਮਪਲ ਲਈ ਸੀ ਮੈਡੀਕਲ ਸਟੋਰ ਦੀ, ਉਹਨਾਂ ਨੇ ਦੁਕਾਨ ਕਿਰਾਏ 'ਤੇ ਲਈ ਹੋਈ ਹੈ ਤਾਂ ਰੈਂਟ ਪੇ ਕਰਦੇ ਨੇ। ਉਹ ਸਮਾਨ ਖਰੀਦਣ ਵਾਸਤੇ ਕਿਸੇ ਬੰਦੇ ਨੂੰ ਲਾਇਆ ਹੈ, ਉਹ ਬੰਦਾ ਜਾ ਕੇ ਉੱਥੋਂ ਸਮਾਨ ਲੈ ਕੇ ਆਉਂਦਾ ਆ, ਉਹਦੀ ਸੈਲਰੀ, ਉਹ ਸਮਾਨ ਲਿਆਉਣ ਵਾਸਤੇ ਜਦੋਂ ਜਾਂਦਾ ਤਾਂ ਉਸ ਦਾ ਰਸਤੇ 'ਚ ਕਿਰਾਇਆ ਪੈਂਦਾ ਆ, ਜਾਂ ਸਮਾਨ ਕਈ ਵਾਰੀ ਜ਼ਿਆਦਾ ਹੁੰਦਾ ਆ, ਉਹ ਕਿਸੇ ਟਰਾਂਸਪੋਰਟ ਤੋਂ ਮੰਗਵਾਉਂਦੇ ਨੇ ਤਾਂ ਉਹਦਾ ਕਿਰਾਇਆ, ਬਿਜਲੀ ਦਾ ਬਿੱਲ, ਏਸੀ ਦਾ ਖਰਚਾ, ਏਸੀ ਦੀ ਰਿਪੇਅਰ, ਜਨਰੇਟਰ ਦਾ ਖਰਚਾ, ਇਨਵਰਟਰ ਦਾ ਖਰਚਾ, ਹੋਰ ਜਿੰਨੇ ਵੀ ਸਾਰੇ ਖਰਚੇ ਨੇ, ਉਹਨਾਂ ਖਰਚਿਆਂ ਨੂੰ ਆਪਾਂ ਐਕਸਪੈਂਸਿਸ ਕਹਿ ਦਈਏ। ਉਹ ਐਕਸਪੈਂਸਿਸ ਦਾ ਕਿੰਨਾ ਟੋਟਲ ਹੈ, ਉਹ ਵੀ ਆਪਾਂ ਨੂੰ ਪਤਾ ਚੱਲ ਜਾਂਦਾ ਆ, ਅਤੇ ਇਹਨਾਂ ਦਾ ਹੀ ਜੋੜ ਘਟਾਓ ਕਰਕੇ ਆਪਾਂ ਨੂੰ ਐਗਜ਼ੈਕਟਲੀ ਪ੍ਰੋਫਿਟ ਪਤਾ ਚੱਲਦਾ ਆ। ਸਾਡੇ ਖਰਚੇ ਕਿੰਨੇ ਆ, ਸਾਡੀ ਆਮਦਨ ਕਿੰਨੀ ਹੈ, ਉਸ ਹਿਸਾਬ ਨਾਲ ਆਪਾਂ ਆਪਣੇ ਖਰਚਿਆਂ 'ਤੇ ਜੇ ਵਾਧੂ ਹੋਣ ਇਨਕਮ ਤੋਂ ਤਾਂ ਆਪਾਂ ਕੰਟਰੋਲ ਕਰਨੇ ਆ। ਉਹ ਕੰਟਰੋਲ ਕਰਨ ਵਾਸਤੇ ਸਲਾਹ ਕੌਣ ਦੇਊਗਾ, ਮਾਲਕ ਨੂੰ ਜਾਂ ਬਿਜ਼ਨਸ ਚਲਾਉਣ ਵਾਲੇ ਬੰਦੇ ਨੂੰ, ਅਕਾਊਂਟੈਂਟ ਨੇ ਇਹ ਰਿਪੋਰਟ ਤਿਆਰ ਕਰਨੀ ਹੈ ਕਿ ਤੁਹਾਡੀ ਇੰਨੀ ਸੇਲ ਹੈ, ਇੰਨੀ ਪਰਚੇਜ਼ ਹੈ, ਇੰਨੇ ਖਰਚੇ ਆ, ਇੰਨੀ ਤੁਹਾਡੀ ਇਨਕਮ ਹੈ, ਤਾਂ ਤੁਹਾਡਾ ਨੈਟ ਪ੍ਰੋਫਿਟ ਦੀ ਕੈਲਕੂਲੇਸ਼ਨ ਜਿਹੜੀ ਆ ਉਹ ਅਕਾਊਂਟੈਂਟ ਬਣਾ ਕੇ ਦੇ ਦਊਗਾ। ਫਿਰ ਜਦੋਂ ਅਕਾਊਂਟੈਂਟ ਬਣਾ ਕੇ ਦਊਗਾ, ਉੱਥੋਂ ਮਾਲਕ ਆਪ ਵੀ ਅਤੇ ਅਕਾਊਂਟੈਂਟ ਵੀ ਉਹਨੂੰ ਐਡਵਾਈਸ ਦੇ ਸਕਦਾ ਜੀ ਤੁਸੀਂ ਆਪਣੇ ਬਿਜ਼ਨਸ ਨੂੰ ਅਗਰ ਚਾਹੁੰਦੇ ਹੋ ਕਿ ਪ੍ਰੋਫਿਟ ਹੋਰ ਵਧੇ ਤਾਂ ਤੁਸੀਂ ਇਸ ਤਰ੍ਹਾਂ ਬਿਜ਼ਨਸ ਨੂੰ ਰਨ ਕਰੋ, ਇਸ ਤਰੀਕੇ ਨਾਲ ਬਿਜ਼ਨਸ ਨੂੰ ਚਲਾਓ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਇੱਕ ਇੱਥੇ ਹੋਰ ਵੀ, ਕਿ ਜੇ ਅਗਰ ਮੰਨ ਲਓ ਇੱਕ ਵਿਅਕਤੀ ਦੁਕਾਨ ਕਰਦਾ ਹੈ ਜਾਂ ਕੋਈ ਬਿਜ਼ਨਸ ਕਰਦਾ ਹੈ, ਜੇ ਉਹਨੂੰ ਅਕਾਊਂਟਸ ਦੀ ਇਹ ਨੌਲੇਜ ਹੈ ਤਾਂ ਉਹ ਆਪ ਉਸ ਬਿਜ਼ਨਸ ਨੂੰ ਹੋਰ ਵਧੀਆ ਢੰਗ ਨਾਲ ਰਨ ਕਰ ਸਕਦਾ ਹੈ। ਅਗਰ ਉਹਨੂੰ ਅਕਾਊਂਟਸ ਦੀ ਨੌਲੇਜ ਨਹੀਂ ਹੈ ਤਾਂ ਲਾਜ਼ਮੀ ਉਹਦੇ ਬਿਜ਼ਨਸ ਦੇ ਵਿੱਚ ਉਹਨੂੰ ਰਨ ਕਰਨ 'ਚ ਕੋਈ ਦਿੱਕਤਾਂ ਆ ਰਹੀਆਂ ਨੇ, ਜਿਹੜੀਆਂ ਉਹਨੂੰ ਪਤਾ ਵੀ ਨਹੀਂ ਹੋਊਗਾ ਕਿ ਮੈਨੂੰ ਇਹ ਦਿੱਕਤਾਂ ਆ ਰਹੀਆਂ ਨੇ। ਜਾਂ ਇਹ ਕਹਿ ਸਕਦੇ ਹਾਂ ਕਿ ਜਦੋਂ ਉਹਨੂੰ ਨੌਲੇਜ ਨਹੀਂ ਹੈ ਤਾਂ ਉਹਨੂੰ ਲੱਗਦਾ ਕਿ ਦੁਨੀਆ ਇੰਨੀ ਕੀ ਹੈ। ਜਦੋਂ ਨੌਲੇਜ ਹੋਰ ਹੁੰਦੀ ਹੈ ਤਾਂ ਉਹਨੂੰ ਪਤਾ ਲੱਗਦਾ ਕਿ ਅੱਛਾ ਮੈਨੂੰ ਪਹਿਲਾਂ ਪਤਾ ਨਹੀਂ ਸੀ, ਜੇ ਇਹ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਹੁਣ ਤੋਂ ਪਹਿਲਾਂ ਹੀ ਆਪਣੇ ਬਿਜ਼ਨਸ ਨੂੰ ਹੋਰ ਬੈਟਰ ਰਨ ਕਰ ਲੈਂਦਾ। ਮੈਂ ਇਹ ਵੀ ਕਹਿ ਸਕਦਾ ਕਿ ਬਿਜ਼ਨਸ ਕੀ ਹੈ, ਅਕਾਊਂਟਸ ਕੀ ਹੈ। ਬਿਜ਼ਨਸ ਦੇ ਵਿੱਚ ਅਕਾਊਂਟਸ ਇੱਕ ਟਾਰਚ ਦਾ ਕੰਮ ਕਰਦਾ ਹੈ। ਜਿਵੇਂ ਆਪਾਂ ਹਨੇਰੇ 'ਚ ਚੱਲਦੇ ਹਾਂ ਤਾਂ ਸਾਨੂੰ ਫੂਕ ਕੇ ਦੇਖ ਕੇ ਪੈਰ ਰੱਖਣਾ ਪਊਗਾ, ਕਿਤੇ ਗਿਰ ਨਾ ਜਾਈਏ। ਅਤੇ ਜੇ ਟਾਰਚ ਹੈ ਤਾਂ ਆਪਾਂ ਬੜੀ ਈਜ਼ੀਲੀ ਹਨੇਰੇ ਵਿੱਚ ਸਾਨੂੰ ਪਤਾ ਅੱਗੇ ਰਸਤਾ ਕਿੱਦਾਂ, ਤਾਂ ਆਪਾਂ ਉਸ ਹਿਸਾਬ ਨਾਲ ਸਮੂਥਲੀ ਚੱਲ ਪੈਂਦੇ ਹਾਂ। ਤੋ ਮੈਂ ਪਰਸਨਲੀ ਪ੍ਰੈਕਟੀਕਲੀ ਇਹ ਮਹਿਸੂਸ ਕਰਦਾ ਹੈ, ਮੇਰੇ ਨਾਲ ਵਾਪਰਿਆ ਹੁੰਦਾ ਆ ਕਿ ਬਿਜ਼ਨਸ ਦੇ ਵਿੱਚ ਜਿਹੜਾ ਅਕਾਊਂਟਸ ਹੈ ਉਹ ਇੱਕ ਐਵੇਂ ਹੀ ਹੈ ਜਿਵੇਂ ਹਨੇਰੇ 'ਚ ਆਪਾਂ ਟਾਰਚ ਲੈ ਕੇ ਚੱਲਦੇ ਹਾਂ। ਟਾਰਚ ਦਾ ਕੰਮ ਹਨੇਰੇ 'ਚ ਕੀ ਹੈ, ਰੋਸ਼ਨੀ ਦੇਣੀ। ਇੱਦਾਂ ਹੀ ਬਿਜ਼ਨਸ ਦੇ ਵਿੱਚ ਅਕਾਊਂਟਸ ਦਾ ਕੰਮ ਹੈ ਰੋਸ਼ਨੀ ਦੇਣੀ। ਅਤੇ ਹੋਰ ਵੀ ਪਰਪਸਿਸ ਹੋ ਸਕਦੇ ਨੇ। ਮੈਂ ਇੱਕ ਐਗਜ਼ਾਮਪਲ, ਇੱਕ ਪਰਪਸ ਹੋਰ ਦਿੰਦਾ। ਕੀ ਪਰਪਸ ਹੈ ਅਕਾਊਂਟਸ ਮੇਨਟੇਨ ਕਰਨ ਦਾ। ਮੰਨ ਲਓ ਕੋਈ ਬਿਜ਼ਨਸ ਹੈ, ਉਹਦੇ ਵਿੱਚ ਜ਼ਰੂਰੀ ਤਾਂ ਹੈ ਨਹੀਂ ਕਿ
ਬਿਜ਼ਨਸ ਦਾ ਅਸਲੀ ਮਤਲਬ ਕੀ ਹੁੰਦਾ ਹੈ? ਇਹ ਨਹੀਂ ਹੁੰਦਾ ਕਿ ਦੁਕਾਨ ਆਪ ਬੰਦਾ ਚਲਾਵੇ। ਬਿਜ਼ਨਸ ਦਾ ਮਤਲਬ ਉਹਨੇ ਇਨਵੈਸਟਮੈਂਟ ਕਰਕੇ ਸਿਸਟਮ ਬਣਾ ਕੇ ਰੱਖਤਾ, ਐਮਪਲੋਈ ਨੇ, ਸਟਾਫ ਮੈਂਬਰਸ ਨੇ ਜਾਂ ਵਰਕਰਸ ਨੇ ਜਾਂ ਉਹ ਬਿਜ਼ਨਸ ਨੂੰ ਚਲਾਉਣ ਵਾਲੇ ਜਿਹੜੇ ਜਿੰਨੇ ਵੀ ਉਹ 'ਚ ਕੰਮ ਕਰਨ ਵਾਲੇ ਲੋਕ ਨੇ, ਉਹ ਬਿਜ਼ਨਸ ਨੂੰ ਰਨ ਕਰਨ। ਬਿਜ਼ਨਸਮੈਨ ਨੂੰ ਜਾਂ ਮਾਲਕ ਨੂੰ ਉੱਥੇ ਖੜ੍ਹਨ ਦੀ ਲੋੜ ਨਾ ਪਵੇ, ਔਰ ਉਹ ਮਾਲਕ ਉੱਥੇ ਨਹੀਂ ਹੈ ਤਾਂ ਵੀ ਟੈਕਸ ਜਾਂ ਸਮਾਨ ਜਾਂ ਅਮਾਊਂਟ ਜਾਂ ਕੋਈ ਰਕਮਾਂ ਦੀ, ਕੋਈ ਰੁਪਈਆਂ ਦੀ ਚੋਰੀ ਨਾ ਹੋ ਸਕੇ। ਉਹ ਕਿਵੇਂ ਰੋਕੀ ਜਾ ਸਕਦੀ ਆ? ਜੇ ਅਗਰ ਇੱਕ ਅਕਾਊਂਟਿੰਗ ਸਿਸਟਮ ਦੇ ਮੁਤਾਬਕ ਅਕਾਊਂਟਿੰਗ ਪ੍ਰੋਸੈਸ ਦੇ ਮੁਤਾਬਕ ਇੱਕ ਸਿਸਟਮ ਬਣਾਤਾ ਜਾਵੇ, ਜਿਵੇਂ ਸਮਾਨ ਆਉਣਾ ਉਹਦਾ ਬਿੱਲ, ਸਮਾਨ ਜਾਣਾ ਉਹਦਾ ਬਿੱਲ, ਅਤੇ ਨਾਲ ਉਹਦੇ ਨਾਲ ਕੀ ਹੈ, ਸਟਾਕ ਦੀ ਮੇਨਟੇਨੈਂਸ ਹੋ ਜਾਂਦੀ ਹੈ। ਸਟਾਕ ਮੇਨਟੇਨ ਕਰਨਾ ਕਿ ਕਿੰਨਾ ਸਮਾਨ ਆਇਆ। ਜਿਵੇਂ ਕਿਸੇ ਦੀ ਮੰਨ ਲਓ ਫੈਕਟਰੀ ਹੈ, ਉਸ ਫੈਕਟਰੀ ਵਿੱਚ ਰਾ ਮਟੀਰੀਅਲ ਖਰੀਦਿਆ, ਤਾਂ ਉਹਨਾਂ ਨੇ ਸਿਸਟਮ ਬਣਾ ਕੇ ਪੱਕਾ ਹੀ ਹੁੰਦਾ ਵੀ ਇੰਨੇ ਰਾ ਮਟੀਰੀਅਲ ਤੋਂ ਇੰਨੀਆਂ ਚੀਜ਼ਾਂ ਤਿਆਰ ਹੋਣੀਆਂ ਨੇ। ਰਾ ਮਟੀਰੀਅਲ ਜੇ ਆਇਆ, ਕਿੰਨਾ ਆਇਆ, ਉਹ ਆਪਾਂ ਨੂੰ ਬਿੱਲ ਮਿਲਣਾ ਹੈ, ਆਪਾਂ ਪੇਮੈਂਟ ਕਰਨੀ ਹੈ, ਤਾਂ ਉਹਦੇ ਬਦਲੇ ਬਿੱਲ ਹੋਣਾ। ਬਿੱਲ ਦੇ ਉੱਤੇ ਲਿਖਿਆ ਹੋਊਗਾ ਇੰਨੀ ਆਈਟਮ ਆਈ, ਅਤੇ ਉਹਦੇ ਬਦਲੇ ਆਪਾਂ ਨੇ ਤਿਆਰ ਕੀਤਾ ਸਮਾਨ ਇੰਨਾ ਤਿਆਰ ਹੋਇਆ, ਫਿਕਸਡ ਹੈ। ਉਹਦੀ ਵੀ ਬਾਕਾਇਦਾ ਰਿਕਾਰਡਿੰਗ ਕਰਨੀ ਕਿ ਇੰਨਾ ਸਮਾਨ ਆਪਾਂ ਨੇ ਰਾ ਮਟੀਰੀਅਲ ਖਰੀਦਿਆ, ਇੰਨਾ ਆਪਾਂ ਨੇ ਉਹਦਾ ਤੋਂ ਪ੍ਰੋਡਕਸ਼ਨ ਤਿਆਰ ਕਰ ਲਈ, ਅਤੇ ਇੰਨਾ ਆਪਾਂ ਵੇਚ ਲਿਆ, ਸਾਡੇ ਕੋਲ ਸਟਾਕ ਕਿੰਨਾ ਰਹਿ ਗਿਆ, ਇੰਨਾ। ਜੇ ਅਗਰ ਕੋਈ ਬਿਜ਼ਨਸ ਦੇ ਵਿੱਚ ਐਮਪਲੋਈ ਜਾਂ ਕੋਈ ਗਰੁੱਪ ਆਫ ਐਮਪਲਾਈਜ਼ ਕੋਈ ਚੋਰੀ ਕਰਨਾ ਚਾਹਣ ਤਾਂ ਕਰ ਨਹੀਂ ਸਕਣਗੇ, ਜੇ ਅਗਰ ਆਪਾਂ ਪ੍ਰੋਪਰਲੀ ਅਕਾਊਂਟਸ ਦਾ ਸਿਸਟਮ ਬਣਾ ਕੇ ਮੇਨਟੇਨ ਕਰ ਰਹੇ ਹਾਂ। ਤੋ ਸਟਾਕ ਦੀ ਮੇਨਟੇਨ ਕਰਨਾ ਵੀ ਅਕਾਊਂਟਿੰਗ ਪਰਪਸ, ਅਕਾਊਂਟਿੰਗ 'ਚ ਹੀ ਆ ਜਾਂਦਾ ਹੈ। ਅੱਛਾ, ਹੋਰ ਇੱਕ ਐਗਜ਼ਾਮਪਲ, ਇੱਕ ਹੋਰ ਵਰਕ ਦੱਸਦਾ, ਹੋਰ ਇੱਕ ਪਰਪਸ ਕੀ ਹੈ। ਮੰਨ ਲਓ ਅਸੀਂ ਕਿਸੇ ਸਪੋਜ਼ ਕਿ ਇੱਕ ਵਿਅਕਤੀ ਏ, ਉਹਦਾ ਬਿਜ਼ਨਸ ਚੱਲ ਰਿਹਾ, ਉਹਨੇ ਬਿਜ਼ਨਸ ਨੂੰ ਐਕਸਪੈਂਡ ਕਰਨਾ, ਕੋਈ ਏਜੰਸੀ ਲੈਣੀ ਹੈ, ਜਾਂ ਉਹਨੇ ਬਿਜ਼ਨਸ ਨੂੰ ਐਕਸਪੈਂਡ ਕਰਨ ਵਾਸਤੇ ਉਹਨੂੰ ਰੁਪਈਆਂ ਦੀ ਲੋੜ ਹੈ, ਉਹ ਰੁਪਈਏ ਉਹਦੇ ਕੋਲ ਹੈ ਨਹੀਂ ਇੰਨੇ, ਤਾਂ ਉਹਨੇ ਬੈਂਕ ਤੋਂ ਲੋਨ ਲੈਣਾ ਹੈ। ਕਿਸ ਤੋਂ? ਏਜੰਸੀ ਲੈਣੀ ਹੈ, ਤਾਂ ਏਜੰਸੀ ਵੀ ਕਹੂਗੀ ਪਹਿਲਾਂ ਦੇਖਣਾ ਕਿ ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਕੀ ਹੈ, ਤੁਹਾਡਾ ਬਿਜ਼ਨਸ ਕਿੱਦਾਂ ਦਾ ਹੈ। ਤੁਹਾਡੀ ਸ਼ਕਲ ਜਾਂ ਤੁਹਾਡੇ ਕੱਪੜਿਆਂ ਨੂੰ ਦੇਖ ਕੇ ਨਹੀਂ ਪਤਾ ਲੱਗੂਗਾ ਕਿ ਤੁਸੀਂ, ਵੀ ਤੁਹਾਡਾ ਬਿਜ਼ਨਸ ਕਿੱਦਾਂ ਦਾ ਹੈ। ਉਹ ਜਿਹੜੀਆਂ ਅਕਾਊਂਟਿੰਗ ਦੀਆਂ ਰਿਪੋਰਟਸ ਤਿਆਰ ਹੁੰਦੀਆਂ ਨੇ, ਇਹਨੂੰ ਆਪਾਂ ਫਾਈਨਲ ਰਿਪੋਰਟਸ ਕਹਿ ਦਿੰਦੇ ਹਾਂ, ਕੈਲਕੂਲੇਸ਼ਨ ਆਫ ਪ੍ਰੋਫਿਟਸ ਐਂਡ ਇੱਥੇ ਆਪਾਂ ਕਹਿ ਦਈਏ ਪ੍ਰੈਪਰੇਸ਼ਨ ਆਫ ਫਾਈਨਲ ਰਿਪੋਰਟਸ ਜਾਂ ਫਾਈਨੈਂਸ਼ੀਅਲ ਰਿਪੋਰਟਸ। ਜਿਹੜੀਆਂ ਫਾਈਨੈਂਸ਼ੀਅਲ ਰਿਪੋਰਟਸ ਤਿਆਰ ਹੁੰਦੀਆਂ ਨੇ, ਉਹਨਾਂ ਦਾ ਰੋਲ ਕੀ ਹੈ? ਉਹ ਆਪਣੇ ਵਾਸਤੇ ਵੀ ਕੰਮ ਆਉਂਦੀਆਂ ਨੇ, ਸਾਨੂੰ ਪਤਾ ਲੱਗ ਜਾਂਦਾ ਸਾਡੇ ਬਿਜ਼ਨਸ ਦੀ ਪੋਜੀਸ਼ਨ ਕੀ ਹੈ। ਜਦੋਂ ਅਸੀਂ ਬੈਂਕ ਨੂੰ ਦੱਸਣਾ ਆ ਕਿ ਬੈਂਕ ਤੋਂ ਲੋਨ ਲੈਣਾ, ਤਾਂ ਬੈਂਕ ਵੀ ਦੇਖੂਗਾ ਕਿ ਤੁਹਾਡਾ ਬਿਜ਼ਨਸ ਦਿਖਾਓ ਕਿੱਦਾਂ ਦਾ ਆ। ਵਧੀਆ ਬਿਜ਼ਨਸ ਹੈ ਤਾਂ ਤੁਹਾਨੂੰ ਲੋਨ ਵੱਧ ਮਿਲ ਸਕਦਾ ਆ। ਜੇ ਤੁਹਾਡਾ ਬਿਜ਼ਨਸ ਹੀ ਹੈ ਨਹੀਂ ਗਾ, ਪ੍ਰੋਫਿਟ ਹੀ ਹੈ ਨਹੀਂ ਗਾ, ਤੁਹਾਡਾ ਕੋਈ ਸਬੂਤ ਹੀ ਹੈ ਨਹੀਂ ਗਾ ਕਿ ਤੁਹਾਡੇ ਕੋਲ ਇੱਕ ਪ੍ਰੋਫਿਟ ਕਿੰਨਾ ਆ, ਤਾਂ ਬੈਂਕ ਤੁਹਾਨੂੰ ਲੋਨ ਨਹੀਂ ਦੇਊਗਾ। ਇੱਦਾਂ ਹੀ ਕੋਈ ਏਜੰਸੀ ਹੈ, ਤੁਸੀਂ ਕਿਸੇ ਕੰਪਨੀ ਦਾ ਕੋਈ ਪ੍ਰੋਡਕਟ ਸੇਲ ਕਰਨ ਵਾਸਤੇ ਏਜੰਸੀ ਲੈਣੀ ਹੈ, ਤਾਂ ਕੰਪਨੀ ਵੀ ਦੇਖੂਗੀ ਕਿ ਤੁਹਾਡਾ ਫਾਈਨੈਂਸ਼ੀਅਲ ਪੋਜੀਸ਼ਨ ਕਿੱਦਾਂ ਦੀ ਹੈ। ਤੁਹਾਡੀ ਫਾਈਨੈਂਸ਼ੀਅਲ ਪੋਜੀਸ਼ਨ ਕਿੱਦਾਂ ਦੀ ਹੈ ਕਿਵੇਂ ਪਤਾ ਲੱਗੂਗਾ? ਤੁਹਾਡੀ ਰਹਿਣੀ ਸਹਿਣੀ ਤੋਂ ਨਹੀਂ, ਤੁਹਾਡੇ ਫਾਈਨੈਂਸ਼ੀਅਲ ਰਿਪੋਰਟਸ ਤੋਂ। ਕੰਪਨੀ ਤੁਹਾਨੂੰ ਏਜੰਸੀ ਦੇਣ ਤੋਂ ਪਹਿਲਾਂ ਇਹ ਕਹੂਗੀ ਆਪਣੀਆਂ ਤੁਸੀਂ ਫਾਈਨੈਂਸ਼ੀਅਲ ਰਿਪੋਰਟਸ ਲੈ ਕੇ ਆਓ, ਪਿਛਲੇ ਸਾਲ ਦੀ ਜਾਂ ਪਿਛਲੇ 2 ਸਾਲਾਂ ਦੀ ਜਾਂ ਪਿਛਲੇ 3 ਸਾਲਾਂ ਦੀ। ਤੋ ਫਾਈਨੈਂਸ਼ੀਅਲ ਰਿਪੋਰਟਸ ਤੋਂ ਕੰਪਨੀ ਨੂੰ ਪਤਾ ਲੱਗ ਜਾਊਗਾ ਕਿ ਤੁਹਾਡਾ ਬਿਜ਼ਨਸ ਕਿੱਦਾਂ ਦਾ ਹੈ, ਅਤੇ ਉਸ ਹਿਸਾਬ ਨਾਲ ਉਹ ਫਿਰ ਦੇਖੂਗੀ। ਕੰਪਨੀ ਕੋਲ ਮੰਨ ਲਓ 3 ਐਪਲੀਕੇਸ਼ਨ ਆਈਆਂ ਨੇ, ਇੱਕ ਮੇਰੀ ਹੈ, ਕਿਸੇ ਹੋਰ ਦੀ ਹੈ, ਕਿਸੇ ਹੋਰ ਦੀ ਹੈ, ਤਾਂ ਕੰਪਨੀ ਕਿਸੇ ਇੱਕ ਨੂੰ ਦੇਊਗੀ। ਕਿਹਨੂੰ ਦੇਊਗੀ? ਜਿਹੜਾ ਬਿਜ਼ਨਸ ਵਧੀਆ ਹੋਊਗਾ। ਕਿਵੇਂ ਵਧੀਆ ਪਤਾ ਲੱਗੂਗਾ? ਫਾਈਨੈਂਸ਼ੀਅਲ ਰਿਪੋਰਟਸ ਤੋਂ। ਤੋ ਇੱਥੇ ਆਪਾਂ ਇਹ ਕਹਿ ਦਈਏ ਫਾਈਨੈਂਸ਼ੀਅਲ ਰਿਪੋਰਟਸ ਆਰ ਯੂਜ਼ਡ ਐਜ਼ ਏ ਪ੍ਰੂਫ ਆਫ ਆਵਰ ਇਨਕਮਸ। ਸਾਡੀ ਇਨਕਮ ਦਾ ਪ੍ਰੂਫ ਫਾਈਨੈਂਸ਼ੀਅਲ ਰਿਪੋਰਟਸ ਨੇ। ਸਾਡੀ ਇਨਕਮ ਦਾ ਹੀ ਨਹੀਂ, ਬਲਕਿ ਸਾਡੇ ਬਿਜ਼ਨਸ ਸਟੇਟਸ ਦਾ, ਸਾਡੀ ਬਿਜ਼ਨਸ ਪੋਜੀਸ਼ਨ ਦਾ, ਸਾਡੀ ਬਿਜ਼ਨਸ ਦੀ ਪੋਜੀਸ਼ਨ ਕਿੱਦਾਂ ਦੀ ਹੈ, ਅਸੀਂ ਕੀ ਲੋਕਾਂ ਦਾ ਦੇਣਾ, ਕੀ ਲੈਣਾ, ਕੀ ਬਿਜ਼ਨਸ ਕਰਜ਼ੇ 'ਚ ਹੀ ਹੈ। ਐਵੇਂ ਹੁੰਦਾ, ਸਾਨੂੰ ਲੱਗਦਾ ਕਿ ਬਿਜ਼ਨਸ ਬਹੁਤ ਵੱਡਾ ਆ, ਉਹ ਤਾਂ ਬਹੁਤ ਅਮੀਰ ਹੈ, ਪਰ ਜਦੋਂ ਦੀ ਫਾਈਨੈਂਸ਼ੀਅਲ ਰਿਪੋਰਟਸ ਦੀ ਤਦ ਪਤਾ ਲੱਗਦਾ ਕਿ ਐਕਚੁਅਲੀ ਉਹ ਜਿਹੜਾ ਬਿਜ਼ਨਸ ਆ, ਜਿੰਨੇ ਦਾ ਉਹਨਾਂ ਕੋਲ ਸਮਾਨ ਪਿਆ, ਉਨਾ ਹੀ ਉਹਨਾਂ ਲੋਕਾਂ ਨੂੰ ਕਰਜ਼ਾ ਵੀ ਦੇਣਾ ਹੈ। ਕਰਜ਼ਾ ਵੀ ਦੇਣਾ, ਇਹਦਾ ਮਤਲਬ ਬਿਜ਼ਨਸ ਤਾਂ ਹੈ ਬਹੁਤ ਵੱਡਾ, ਲੇਕਿਨ ਉਹ ਬਿਜ਼ਨਸ ਕਿਸੇ ਹੋਰ ਦਾ ਹੀ ਹੈ, ਉਹਦਾ ਆਪਣਾ ਨਹੀਂ ਹੈਗਾ। ਤੋ ਉਹਦੀਆਂ ਫਾਈਨੈਂਸ਼ੀਅਲ ਰਿਪੋਰਟਸ ਤੋਂ ਇਹ ਪਤਾ ਲੱਗੂਗਾ ਕਿ ਬਿਜ਼ਨਸ ਕਿੱਦਾਂ ਦਾ। ਐਂ ਹੀ ਅਸੀਂ ਆਪਣੀਆਂ ਅਕਾਊਂਟਸ ਦੀਆਂ ਫਾਈਨੈਂਸ਼ੀਅਲ ਰਿਪੋਰਟਸ ਤਿਆਰ ਕਰਕੇ ਇਹਦੀ ਵਰਤੋਂ ਕਰਦੇ ਹਾਂ ਕਿਸ ਨੂੰ ਦੱਸਣ ਲਈ ਕਿ ਸਾਡਾ ਬਿਜ਼ਨਸ ਕਿੱਦਾਂ ਦਾ ਹੈ। ਇਜ਼ ਇਟ ਕਲੀਅਰ? ਆਪਾਂ ਕੁਛ ਹੋਰ ਅੱਗੇ ਚੱਲਦੇ ਹਾਂ। ਸਮ ਅਕਾਊਂਟਿੰਗ ਟਰਮਸ ਨੇ। ਅਕਾਊਂਟਸ ਦੇ ਵਿੱਚ ਨਾ ਕੁਝ ਟਰਮਸ ਆਪਾਂ ਸਿੱਖਦੇ ਹਾਂ,
ਟਰਮਸ ਤੋਂ ਭਾਵ ਹੈ ਕੁਝ ਸ਼ਬਦਾਂ ਦੇ ਮੀਨਿੰਗ। ਜਿੱਦਾਂ ਮੈਂ ਤੁਹਾਨੂੰ ਕਹੂੰਗਾ, ਪਹਿਲੀ ਗੱਲ, ਸੇਲ ਦਾ ਕੀ ਮਤਲਬ ਹੈ? ਪਤਾ ਤੁਹਾਨੂੰ ਸੇਲ ਦਾ ਮਤਲਬ ਕੀ ਹੈ? ਵੇਚਣਾ। ਇਹ 'ਚ ਕੀ ਹੈ? ਉਹ ਅਮਾਊਂਟ ਜਿੰਨੇ ਦਾ ਆਪਾਂ ਸਮਾਨ ਵੇਚਿਆ, ਅਮਾਊਂਟ ਆਫ ਗੁਡਸ ਸੋਲਡ। ਜਿਹੜਾ ਸਮਾਨ ਵੇਚਿਆ ਉਹਦੀ ਜਿਹੜੀ ਅਮਾਊਂਟ ਹੈ, ਕਿੰਨੇ ਦਾ ਵੇਚਿਆ, ਉਹਨੂੰ ਆਪਾਂ ਸੇਲ ਕਹਿ ਦਿੰਦੇ ਹਾਂ। ਗੁਡਸ ਦਾ ਕੀ ਮਤਲਬ ਹੈ? ਯੈਸ, ਪੰਜਾਬੀ 'ਚ ਆਪਾਂ ਕਹਿ ਦਈਏ ਵਸਤੂਆਂ। ਵਸਤੂਆਂ ਮਤਲਬ ਇਹ ਹੋ ਗਿਆ ਸਟਾਕ, ਜਿਹੜੀਆਂ ਚੀਜ਼ਾਂ ਆਪਾਂ ਵੇਚਦੇ ਹਾਂ, ਯਾਨੀ ਆਈਟਮਸ ਇਨ ਟਰੇਡ, ਜਿਨ੍ਹਾਂ ਚੀਜ਼ਾਂ ਦਾ ਆਪਾਂ ਵਪਾਰ ਕਰਦੇ ਹਾਂ। ਹੁਣ ਗੁਡਸ ਤੋਂ ਕੀ ਭਾਵ ਹੈ? ਤੁਸੀਂ ਕਹਿੰਦੇ ਸਮਾਨ। ਜਿਵੇਂ ਆਪਣੀ ਇੱਥੇ ਕੰਪਿਊਟਰ ਲੈਬ ਹੈ, ਇਸ ਕੰਪਿਊਟਰ ਲੈਬ ਦੇ ਵਿੱਚ ਕੰਪਿਊਟਰਸ ਪਏ ਨੇ, ਲੈਪਟਾਪਸ ਵੀ ਪਏ ਨੇ, ਆਪਣੇ ਕੋਲ ਆ ਚੇਅਰਸ 'ਤੇ ਬੈਠੇ ਆ, ਟੇਬਲ ਵੀ ਨਾਲ ਪਿਆ, ਫੋਨ ਵੀ ਹੈ। ਇਹ ਸਾਰੀਆਂ ਗੁਡਸ ਨੇ ਕੀ? ਨਾ, ਇਹਨਾਂ ਨੂੰ ਗੁਡਸ ਨਹੀਂ ਕਹਿਣਾ ਹੈਗਾ। ਗੁਡਸ ਕਿਹਨੂੰ ਕਹਾਂਗੇ? ਜਿਹੜੀਆਂ ਸਮਾਨ ਆਪਾਂ ਵੇਚਣ ਵਾਸਤੇ ਰੱਖਿਆ ਹੋਵੇ। ਤੋ ਗੁਡਸ ਕੀ ਨੇ? ਮੰਨ ਲਓ ਕੋਈ ਉਹ ਸ਼ਾਪ ਹੈ ਜਿੱਥੇ ਮੋਬਾਈਲ ਵਿਕਦੇ ਨੇ, ਤਾਂ ਉਹਨਾਂ ਦੇ ਜਿਹੜੇ ਫੋਨ ਡੱਬੇ 'ਚ ਪਾਏ ਹੋਏ ਨੇ ਉਹ ਗੁਡਸ ਨੇ, ਜਿਹੜੇ ਉਹਨਾਂ ਨੇ ਵੇਚਣ ਵਾਸਤੇ ਰੱਖੇ ਹੋਏ ਨੇ। ਇੱਕ ਉਹਨਾਂ ਨੇ ਫੋਨ ਆਪਣੀ ਪਾਕਟ 'ਚ ਆਪਣੇ ਵਾਸਤੇ ਰੱਖਿਆ ਹੋਇਆ, ਉਹ ਗੁਡਸ ਨਹੀਂ ਹੈਗੀਆਂ। ਐਵੇਂ ਮੰਨ ਲਓ ਕਿ ਮੈਡੀਕਲ ਸਟੋਰ ਹੈ, ਉੱਥੇ ਦਵਾਈਆਂ ਪਈਆਂ ਨੇ, ਸਾਰੀਆਂ ਵੇਚਣ ਵਾਲੀਆਂ ਨੇ, ਉਹ ਗੁਡਸ ਨੇ। ਉੱਥੇ ਇੱਕ ਏਸੀ ਲੱਗਿਆ ਹੋਇਆ, ਉਹ ਗੁਡਸ ਨਹੀਂ ਹੈਗੀਆਂ, ਕਿਉਂਕਿ ਏਸੀ ਤਾਂ ਉਹਨੇ ਆਪਣੇ ਦੁਕਾਨ 'ਚ ਬੈਠਣ ਵਾਸਤੇ ਜਾਂ ਕਸਟਮਰਸ ਵਾਸਤੇ ਜਾਂ ਆਪਣੇ ਵਾਸਤੇ ਲਾਇਆ ਹੋਇਆ, ਉਹ ਸੰਪत्ति ਹੈ, ਦੈਟ ਇਜ਼ ਨਾਟ ਫਾਰ ਸੇਲ। ਤੋ ਗੁਡਸ ਕੀ ਹੈ? ਆਈਟਮਸ ਇਨ ਟਰੇਡ, ਜਿਨ੍ਹਾਂ ਦਾ ਵਪਾਰ ਕਰਦੇ ਆ। ਤੋ ਕਿਸੇ ਵਾਸਤੇ, ਮੇਰੇ ਵਾਸਤੇ ਕੰਪਿਊਟਰਸ ਐਸੈਟ ਹੈ, ਇਹਨੂੰ ਆਪਾਂ ਐਸੈਟਸ ਕਹਿ ਦਿੰਦੇ ਹਾਂ। ਇੱਥੇ ਮੈਂ ਲਿਖ ਦਿੰਦਾ, ਇਹਨੂੰ ਆਪਾਂ ਕਹਿ ਦਈਏ ਫਿਕਸਡ ਐਸੈਟਸ। ਫਿਕਸਡ ਐਸੈਟਸ ਕੀ ਨੇ? ਇਹ ਹੋ ਗਈਆਂ ਉਹ ਵਸਤੂਆਂ ਜਿਹੜੀਆਂ ਮੈਂ ਵੇਚਣ ਵਾਸਤੇ ਨਹੀਂ ਰੱਖੀਆਂ ਹੈਗੀਆਂ, ਮੈਂ ਆਪਣੇ ਬਿਜ਼ਨਸ 'ਚ ਯੂਜ਼ ਕਰਨ ਵਾਸਤੇ ਰੱਖੀਆਂ ਹੋਈਆਂ ਨੇ। ਦਾ ਥਿੰਗਸ, ਜਾਂ ਉਹ ਵਸਤੂਆਂ ਵਿਚ ਆਈ ਯੂਜ਼ ਇਨ ਬਿਜ਼ਨਸ, ਬਿਜ਼ਨਸ 'ਚ ਜਾਂ ਆਪਣੇ ਕੰਮ, ਆਪਣੇ ਧੰਦੇ, ਆਪਣੇ ਕਾਰੋਬਾਰ 'ਚ ਮੈਂ ਵਸਤੂਆਂ ਨੂੰ ਯੂਜ਼ ਕਰ ਰਿਹਾ। ਨਾਟ ਫਾਰ ਸੇਲ, ਨਾਟ ਫਾਰ ਸੇਲ। ਤੋ ਜਿਹੜੀਆਂ ਸੇਲ ਵਾਸਤੇ ਨਹੀਂ ਹਨ, ਉਹਨਾਂ ਨੂੰ ਆਪਾਂ ਕਹਿ ਦਾਂਗੇ ਫਿਕਸਡ ਐਸੈਟਸ। ਜਿੱਦਾਂ ਕਿ ਐਗਜ਼ਾਮਪਲ ਦੇ ਤੌਰ 'ਤੇ ਆਪਾਂ ਹੁਣੇ ਗੱਲ ਕੀਤੀ ਆ, ਆਪਣੇ ਕੋਲ ਜਿਹੜੇ ਕੰਪਿਊਟਰਸ ਪਏ ਨੇ ਉਹ ਸਾਰੇ ਸਾਡੀਆਂ ਫਿਕਸਡ ਐਸੈਟਸ ਨੇ। ਸਾਡੇ ਕੋਲ ਏਸੀ ਲੱਗਿਆ ਹੋਇਆ, ਇਹ ਫਿਕਸਡ ਐਸੈਟਸ ਨੇ। ਸਾਡੇ ਕੋਲ ਚੇਅਰਸ ਨੇ, ਟੇਬਲਸ ਨੇ, ਇਹਨੂੰ ਆਪਾਂ ਫਰਨੀਚਰ ਕਹਿ ਦਈਏ, ਇਹ ਵੀ ਐਸੈਟਸ ਨੇ। ਇਹਨਾਂ ਦੇ ਪਿੱਛੇ ਅਕਾਊਂਟ ਲਾ ਦਈਏ, ਇਹ ਸਾਰੇ ਅਕਾਊਂਟ ਆਪਾਂ ਆਪਣੀ ਲੈਦਰ 'ਚ ਖੋਲ੍ਹਾਂਗੇ, ਮੈਂ ਅੱਗੇ ਸਮਝਾਊਂਗਾ। ਅਤੇ ਆਪਣੇ ਕੋਲ ਜਨਰੇਟਰ ਹੈ ਤਾਂ ਜਨਰੇਟਰ ਅਕਾਊਂਟ, ਆਪਣੇ ਕੋਲ ਕਾਰ ਹੈ ਤਾਂ ਕਾਰ ਅਕਾਊਂਟ, ਸਕੂਟਰ ਹੈ ਤਾਂ ਸਕੂਟਰ ਅਕਾਊਂਟ। ਬਿਜ਼ਨਸ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਬਿਜ਼ਨਸ 'ਚ ਆਪਾਂ ਯੂਜ਼ ਕਰਨ ਵਾਸਤੇ ਲੈ ਕੇ ਰੱਖੀ ਹੋਈ ਆ, ਆਪਾਂ ਉਹਦਾ ਇਸਤੇਮਾਲ ਕਰਕੇ ਬਿਜ਼ਨਸ ਨੂੰ ਸਮੂਥਲੀ ਰਨ ਕਰਦੇ ਹਾਂ, ਆਸਾਨੀ ਲੈ ਕੇ ਆਉਂਦੇ ਹਾਂ ਬਿਜ਼ਨਸ 'ਚ, ਉਹਨਾਂ ਆਈਟਮਾਂ ਨੂੰ ਆਪਾਂ ਗੁਡਸ ਨਹੀਂ ਕਹਾਂਗੇ। ਕਲੀਅਰ ਹੈ ਨਾ ਗੱਲ? ਅਤੇ ਪਰਚੇਜ਼ ਕਿਹਨੂੰ ਕਹਿੰਦੇ ਆ? ਇੱਦਾਂ ਹੀ ਚਲੋ, ਇੱਥੇ ਮੈਂ ਪਰਚੇਜ਼ ਦੀ ਵੀ ਨਾਲ ਵਰਡਿੰਗ ਆ ਜਾਊਗੀ। ਪਰਚੇਜ਼ ਕਹਿੰਦੇ ਆ ਜਿਹੜੀਆਂ ਗੁਡਸ ਆਪਾਂ ਵੇਚਦੇ ਹਾਂ ਉਹਦੀ ਖਰੀਦ ਨੂੰ। ਗੁਡਸ ਫਾਰ ਟਰੇਡਿੰਗ। ਵੈਨ ਵੀ ਬਾਏ, ਜਿਹੜੀਆਂ ਚੀਜ਼ਾਂ ਆਪਾਂ ਵੇਚਣ ਵਾਸਤੇ ਖਰੀਦਦੇ ਹਾਂ, ਜਦੋਂ ਅਸੀਂ ਖਰੀਦਦੇ ਹਾਂ, ਵੈਨ ਵੀ ਬਾਏ, ਜਦੋਂ ਅਸੀਂ ਖਰੀਦਦੇ ਹਾਂ, ਤਾਂ ਜਿਹੜੀ ਇਹਦੀ ਕਾਸਟ ਹੈ, ਦੀ ਇਟਸ ਅਮਾਊਂਟ, ਜਾਂ ਕਹਿ ਲਓ ਇਟਸ ਕਾਸਟ, ਇਜ਼ ਕਾਲਡ ਪਰਚੇਜ਼। तो परचेज और सेल दोनों सेम गुड्स वास्ते ने। ਜਿਹੜੀਆਂ ਚੀਜ਼ਾਂ ਆਪਾਂ ਖਰੀਦਦੇ ਹਾਂ ਵੇਚਣ ਵਾਸਤੇ, ਉਹਦੀ ਖਰੀਦ ਪਰਚੇਜ਼ ਹੈ। ਉਹੀ ਚੀਜ਼ਾਂ ਜਦੋਂ ਵੇਚਦੇ ਹਾਂ ਤਾਂ ਉਹਦੀ ਜਿਹੜੀ ਕੀਮਤ, ਜਿਹੜੀ ਅਮਾਊਂਟ ਹੈ, ਉਹ ਸੇਲ ਹੈ। ਅਤੇ ਜੇ ਆਪਾਂ ਕੰਪਿਊਟਰ ਖਰੀਦੇ ਆ ਆਪਣੇ ਵਰਤਣ ਵਾਸਤੇ, ਆਪਣੇ ਅਕਾਊਂਟਸ ਵਾਸਤੇ ਜਾਂ ਆਪਣੇ ਕੰਮ ਵਾਸਤੇ, ਉਹ ਆਪਣੀ ਪਰਚੇਜ਼ ਨਹੀਂ ਹੈਗੀ, ਉਹਨੂੰ ਆਪਾਂ ਫਿਕਸਡ ਐਸੈਟ, ਉਹਦਾ ਨਾਮ ਉਹੀ ਕਹਿ ਦਾਂਗੇ। ਉਹਨੂੰ ਆਪਾਂ ਕੀ ਕਹਾਂਗੇ? ਉਹਨੂੰ ਆਪਾਂ ਫਿਕਸਡ ਐਸੈਟ ਕਹਿ ਦਾਂਗੇ। ਉਹ ਸੇਲ ਵੀ ਨਹੀਂ ਹੈਗੀ, ਪਰਚੇਜ਼ ਵੀ ਨਹੀਂ ਹੈਗੀ। ਅਤੇ ਜੇ ਅਗਰ ਕੋਈ ਦੁਕਾਨ ਹੀ ਇੱਦਾਂ ਦੀ ਹੈ, ਮੰਨ ਲਓ ਇੱਕ ਸ਼ਾਪ ਹੈ, ਉਹਨਾਂ ਦਾ ਕੰਮ ਹੈ ਕੰਪਿਊਟਰ ਦੀ ਵਪਾਰ, ਉਹ ਕੰਪਿਊਟਰ ਖਰੀਦੇ ਦੇ ਵੇਚਦੇ ਨੇ। ਸਪੋਜ਼ ਇੱਕ ਸ਼ਾਪ ਜਿਹੜੀ ਕੰਪਿਊਟਰਾਂ ਨੂੰ ਖਰੀਦ ਵੇਚ ਕਰਦੀ ਹੈ, ਅਤੇ ਉਹਨਾਂ ਵਾਸਤੇ ਕੰਪਿਊਟਰਸ ਕੀ ਨੇ? ਗੁਡਸ। ਸਾਡੇ ਵਾਸਤੇ ਕੰਪਿਊਟਰ ਗੁਡਸ ਨਹੀਂ ਹੈ, ਸਾਡੇ ਵਾਸਤੇ ਕੰਪਿਊਟਰ ਫਿਕਸ ਐਸੈਟ ਹੈ। ਉਹਨਾਂ ਵਾਸਤੇ ਕੰਪਿਊਟਰਸ ਗੁਡਸ ਹੋਣਗੇ ਜਿਹਨਾਂ ਦੀ ਦੁਕਾਨ ਹੀ ਕੰਪਿਊਟਰਾਂ ਦੀ ਹੈ। ਇਜ਼ ਇਟ ਕਲੀਅਰ? ਇਸ ਤੋਂ ਬਾਅਦ
ਅਸੀਂ ਗੱਲ ਕਰੀਏ ਇਨਕਮ ਕਿਹਨੂੰ ਕਹਿੰਦੇ ਆ ਆਪਾਂ, ਇੱਕ ਮੈਂ ਹੋਰ ਕਹੂੰਗਾ ਪ੍ਰੋਫਿਟ ਕਿਹਨੂੰ ਕਹਿੰਦੇ ਆਪਾਂ, ਇਹਨੂੰ ਆਪਾਂ ਮੂਹਰੇ ਪਾ ਦਈਏ ਗ੍ਰਾਸ ਪ੍ਰੋਫਿਟ। ਗ੍ਰਾਸ ਪ੍ਰੋਫਿਟ ਕਿਹਨੂੰ ਕਹਿੰਦੇ ਐ ਮੈਂ ਦੱਸੂਗਾ, ਬਟ ਫਿਲਹਾਲ ਮੈਂ ਇੱਥੇ ਗੱਲ ਕਰਾਂ ਇਨਕਮ ਕਿਹਨੂੰ ਕਹਿੰਦੇ ਆ। ਫੋਕਸ ਕਰਦੇ ਹਾਂ, ਇਨਕਮ ਕੀ ਹੁੰਦੀ ਹੈ, ਅੰਦਾਜ਼ਾ ਲਾਓ, ਗੈਸ ਕਰੋ। ਜਿਵੇਂ ਤੂੰ ਦੱਸ ਰਿਹਾ ਨਾ ਕਿ ਸਕੂਟਰਾਂ ਦੀ ਸ਼ਾਪ ਹੈ, ਹਾਂਜੀ ਉਹ ਸਕੂਟਰ ਨਹੀਂ ਵੇਚਦੇ, ਉਹ ਸਕੂਟਰਾਂ ਨੂੰ ਰਿਪੇਅਰ ਕਰਦੇ ਨੇ। ਤਾਂ ਜਦੋਂ ਕੋਈ ਬੰਦਾ ਉਹਨਾਂ ਕੋਲ ਆਇਆ, ਉਹਨਾਂ ਨੇ ਕਹਿਤਾ ਜੀ ਮੇਰੇ ਸਕੂਟਰ ਦੇਖੋ ਜੀ ਸਟਾਰਟ ਨਹੀਂ ਹੋ ਰਿਹਾ, ਉਹਨੇ ਉਹਨੂੰ ਠੀਕ ਕਰਤਾ, ਮਿਹਨਤ ਕੀਤੀ ਹੈ ਉਹ 'ਤੇ, ਚਾਹੇ ਅੱਧਾ ਘੰਟਾ ਲਾਇਆ, ਚਾਹੇ 15 ਮਿੰਟ ਲਾਇਆ, ਚਾਹੇ 2 ਮਿੰਟ ਹੀ ਲਾਏ, ਠੀਕ ਕਰਨ ਦੇ ਉਹ ਚਾਰਜਸ ਲਊਗਾ। ਉਹ ਚਾਰਜਸ ਜਿਹੜੇ ਨੇ ਉਹ ਆਪਾਂ ਕਹਾਂਗੇ ਲੇਬਰ ਇਨਕਮ। ਉਹ ਕਹੂਗਾ ਲੇਬਰ, ਮਤਲਬ ਮੈਂ ਮੰਨ ਲਓ ਕੰਪਿਊਟਰ ਸਕੂਟਰ ਠੀਕ ਕਰਾਉਣ ਵਾਸਤੇ ਗਿਆ, ਸਕੂਟਰ ਠੀਕ ਹੋ ਗਿਆ, ਮੈਂ ਉਹਨੂੰ ਪੁੱਛੂੰਗਾ ਨਾ ਵੀ ਕਿੰਨੇ ਪੈਸੇ ਹੋ ਗਏ, ਉਹ ਕੀ ਮਤਲਬ ਕਿੰਨੀ ਲੇਬਰ ਬਣੀ, ਤਾਂ ਉਹ ਕਹੂਗਾ ਜੀ ਲੇਬਰ ਬਣ ਗਈ 100 ਰੁਪਈਆ, ਤਾਂ ਮੈਂ 100 ਨੂੰ ਦੇ ਦਿੱਤੇ, ਮੇਰਾ ਸਕੂਟਰ ਠੀਕ ਹੋ ਗਿਆ, ਮੈਂ ਵਾਪਸ ਆ ਗਿਆ। ਤਾਂ ਉਹ ਜਿਹੜੇ 100 ਰੁਪਏ ਉਸ ਬੰਦੇ ਨੇ ਕਮਾਏ ਨੇ, ਉਹ ਉਹਦੀ ਇਨਕਮ ਹੋਈ। ਤਾਂ ਇਨਕਮ ਕੀ ਹੋਈ, ਆਪਾਂ ਕਹਿ ਦਈਏ ਰੈਵੀਨਿਊ। ਰੈਵੀਨਿਊ ਮਤਲਬ ਜਿਹੜੇ ਪੈਸੇ ਸਾਡੇ ਕੋਲ ਆਏ ਨੇ ਬਾਈ ਵੇ ਆਫ ਵਰਕ, ਬਾਈ ਵੇ ਆਫ ਵਰਕ। ਆਪਾਂ ਕੋਈ ਕੰਮ ਕੀਤਾ, ਉਹਦੇ ਬਦਲੇ ਆਪਾਂ ਨੂੰ ਪੈਸੇ ਮਿਲੇ ਨੇ, ਉਹਨੂੰ ਆਪਾਂ ਕਹਿ ਦਈਏ ਇਨਕਮ। ਜੇ ਆਪਾਂ ਪੈਸੇ ਲਏ ਨੇ ਬਾਈ ਵੇ ਆਫ ਸੇਲ, ਤਾਂ ਉਹ ਸੇਲ ਹੈ, ਆਪਾਂ ਸਮਾਨ ਦੇ ਕੇ ਪੈਸੇ ਲੈ ਲਏ, ਉਹ ਇਨਕਮ ਨਹੀਂ ਹੈ, ਉਹ ਸੇਲ ਹੈ।